ਅਸੀਂ ਇਸ ਦੇਸ਼ 'ਚ ਕਿਰਾਏਦਾਰ ਹਾਂ ਜਾਂ ਪੰਜਾਬ ਦੇ ਵਿੱਚ ਕਿਰਾਏਦਾਰ ਹਾਂ। ਅਸੀਂ ਇਸ ਮੁਲਕ ਦੀ ਆਜ਼ਾਦੀ ਲਈ ਆਪਣਾ ਖੂਨ ਦਿੱਤਾ, ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਇਸ ਮੁਲਕ ਦੇ ਬਰਾਬਰ ਦੇ ਹਿੱਸੇਦਾਰ ਹਾਂ। ਜਦੋਂ ਪਹਿਲਾ ਮਾਮਲਾ ਮੁਹੰਮਦ ਸਲੀਮ ਹੋਣਾ ਦਾ ਆਇਆ, ਜਿਨ੍ਹਾਂ ਨਾਲ ਡੀਐਸਪੀ ਵੱਲੋਂ ਬਦਸਲੂਕੀ ਕੀਤੀ ਗਈ ਸੀ ਢਾਬੇ ਦੇ ਵਿੱਚ। ਲੁਧਿਆਣਾ ਵੈਸ਼ਨੂ ਢਾਬਾ ਹੈ ਜਿਹੜਾ ਕਿ ਮੁਹੰਮਦ ਸਲੀਮ ਜੀ ਦਾ, ਤੇ ਉਹਨਾਂ ਦੇ ਬੇਟੇ ਦਾ ਮੈਨੂੰ ਫੋਨ ਆਇਆ ਔਰ ਉਹ ਬੁਰੀ ਤਰ੍ਹਾਂ ਰੋ ਰਿਹਾ ਸੀ ਤੇ ਉਹਨੇ ਮੈਨੂੰ ਕਿਹਾ ਕਿ ਇੱਕ ਡੀਐਸਪੀ ਹੈ ਜਿਨ੍ਹਾਂ ਦਾ ਨਾਮ ਮਨਜੀਤ ਸਿੰਘ ਹੈ ਤੇ ਉਹ ਤੇ ਉਹਨਾਂ ਦੇ ਜਿਹੜੇ ਬਾਡੀਗਾਰਡਸ ਨੇ ਤੇ ਉਹ ਸਾਨੂੰ ਬੁਰੀ ਤਰ੍ਹਾਂ ਕੁੱਟ ਰਹੇ ਨੇ। ਵੱਡੇ ਪੱਧਰ ਦਾ ਫਸਟ ਕਲਾਸ ਦਰਜੇ ਦਾ ਅਗਰ ਇੱਕ ਅਫਸਰ ਕਿਸੇ ਘੱਟ ਗਿਣਤੀ ਦੇ ਨਾਲ ਔਰ ਕਿਸੇ ਆਮ ਬੰਦੇ ਦੇ ਨਾਲ ਵੀ ਅਗਰ ਇਦਾਂ ਦੀ ਜ਼ੁਲਮ ਔਰ ਜ਼ਿਆਦਤੀ ਕਰਦਾ ਹੈ ਤੇ ਮੈਂ ਸਮਝਦਾ ਕਿ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਉਸ ਰੇਂਜ ਦੇ ਆਈਜੀ ਨੇ ਰਾਕੇਸ਼ ਅਗਰਵਾਲ ਜੀ, ਉਹਨਾਂ ਨਾਲ ਰਾਬਤਾ ਕੀਤਾ ਤੇ ਰਾਤ ਨੂੰ ਹੀ ਐਸਪੀ ਸਾਹਿਬ ਉੱਥੇ ਪਹੁੰਚ ਗਏ ਤੇ ਡੀਐਸਪੀ ਸਾਹਿਬ ਨੇ ਫੋਨ ਬੰਦ ਕਰਕੇ ਫਰਾਰ ਦਾ ਰਸਤਾ ਜਿਹੜਾ ਉਹ ਇਖਤਿਆਰ ਕੀਤਾ। ਉੱਥੇ ਜਦ ਔਰਤਾਂ ਨੂੰ ਹੀ ਨਮਾਜ਼ ਸਿਖਾ ਰਹੀਆਂ ਸੀ ਤੇ ਕੁਝ ਫਿਰਕੂ ਅਨਸਰਾਂ ਨੇ ਉਸ ਘਰ ਦੇ ਬਾਹਰ ਧਰਨਾ ਲਾਇਆ। ਅਸੀਂ ਹੁਸ਼ਿਆਰਪੁਰ ਦੀ ਐਸਐਸਪੀ ਸਾਹਿਬਾਂ ਨੂੰ ਕਿਹਾ ਕਿ ਵੀ ਇਹਦੇ ਖਿਲਾਫ ਕਾਰਵਾਈ ਕਰੋ। ਉਲਟਾ ਜਿਸ ਮੁਸਲਮਾਨ ਦੇ ਘਰੋਂ ਔਰਤਾਂ ਗਈਆਂ ਉਹਨੂੰ ਹੀ ਥਾਣੇ ਬੁਲਾ ਲਿੱਤਾ ਗਿਆ। ਇਹ ਕੌਣ ਹੁੰਦੇ ਕਹਿਣ ਵਾਲੇ ਕਿ ਉਹਨਾਂ ਦੇ ਉੱਤੇ ਕਾਰਵਾਈ ਕਰੋ? ਔਰ ਮੈਂ ਹੈਰਾਨ ਹਾਂ ਉੱਥੇ ਦੀ ਪੁਲਿਸ ਦੇ ਕਿ ਜਿਨ੍ਹਾਂ ਨੇ ਧੱਕਾ ਕੀਤਾ ਉਹਨਾਂ ਨੂੰ ਬਿਠਾ ਕੇ ਚਾਹ ਪਿਲਾ ਰਹੇ। ਜੇ ਇਸ ਦੇਸ਼ ਦੇ ਵਿੱਚ ਗੁੰਡਾ ਅਨਸਰਾਂ ਨੂੰ ਬਿਠਾ ਕੇ ਕੁਰਸੀਆਂ ਤੇ ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਜਾਏਗਾ ਫਿਰ ਤਾਂ ਗਰੀਬ ਦੀ ਕੋਈ ਇੱਜ਼ਤ ਨਹੀਂ ਹੋਣੀ। ਤੇ ਸੀਐਮ ਸਾਹਿਬ ਨੂੰ ਅਸੀਂ ਸੁਨੇਹਾ ਭੇਜਿਆ ਕਿ ਵੀ ਇਹ 3 ਮਾਮਲੇ ਬੜੇ ਹੋਏ ਤੇ ਉਹਨਾਂ ਨੇ ਢੁਕਵੀਂ ਕਾਰਵਾਈ ਕੀਤੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਰਕਾਰ ਨੇ ਨੋਟਿਸ ਲਿੱਤਾ। ਵਿਰਾਸਤ ਦੇ ਤੌਰ ਤੇ ਵੀ ਔਰ ਇਸ ਨੂੰ ਕਹੀਏ ਕਿ ਇਜਤਮਾਈ ਤੌਰ ਤੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸੋ ਕੀ ਪਲਾਨ ਹੈਗੇ ਨੇ? ਭਗਤ ਸਿੰਘ ਦੇ ਫਾਦਰ ਸਰਦਾਰ ਕਿਸ਼ਨ ਸਿੰਘ ਜੀ ਸਾਡੇ ਘਰ ਰਹਿੰਦੇ ਰਹੇ। ਜਦੋਂ ਕੋਈ ਉਹਨਾਂ ਨੂੰ ਪਨਾਹ ਨਹੀਂ ਦਿੰਦਾ ਸੀਗਾ ਅਸੀਂ ਉਸ ਪਰਿਵਾਰ ਨੂੰ ਆਪਣੇ ਘਰ ਦੇ ਵਿੱਚ ਰੱਖਿਆ। ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਮੁਲਕ ਦੀ ਸਭ ਤੋਂ ਲੰਬੀ ਕੈਦ ਜਿਹੜੀ ਹੈ 14 ਸਾਲ 8 ਮਹੀਨੇ, ਕਿਸੇ ਵੀ ਫਰੀडम ਫਾਈਟਰ ਨੇ ਐਡੀ ਲੰਬੀ ਕੈਦ ਨਹੀਂ ਕੱਟੀ। ਫਿਰ ਉਸ ਤੋਂ ਬਾਅਦ ਜਦ ਅੰਗਰੇਜ਼ ਨੇ ਹਿੰਦੂ ਪਾਣੀ ਮੁਸਲਮਾਨ ਪਾਣੀ ਦਾ ਮਸਲਾ ਚੱਕਿਆ ਫਿਰ ਸਾਡਾ ਪਰਿਵਾਰ ਸਾਹਮਣੇ ਆਇਆ। ਉਹਨਾਂ ਨੇ ਐਲਾਨ ਕੀਤਾ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਕਿ ਅਗਰ ਅਸੀਂ ਇਹ ਪਾਣੀ ਦੇ ਘੜੇ ਤੋੜਾਂਗੇ ਜਿਹੜੇ ਸਟੇਸ਼ਨ ਤੇ ਰੱਖੇ ਹੈ, ਜਿਸ 'ਚ ਬਾਰ-ਬਾਰ ਇਹ ਕਿਹਾ ਜਾ ਰਿਹਾ ਕਿ ਹਿੰਦੂ ਪਾਣੀ ਪੀਓ ਮੁਸਲਮਾਨ ਪਾਣੀ ਪੀਓ, ਤਾਂ ਕਿ ਕੌਮਾਂ ਆਪਸ 'ਚ ਲੜੀ ਜਾਣ, ਅੰਗਰੇਜ਼ ਦੇ ਖਿਲਾਫ ਨਾ ਚੱਲਣ, ਉਹਨਾਂ ਘੜਿਆਂ ਨੂੰ ਵੀ ਤੋੜਵਾਇਆ। ਉਹਦੀ ਵੀ ਸਜ਼ਾ ਜਿਹੜੀ ਹੈ ਅਸੀਂ ਭੁਗਤੀ ਹੈ। ਇਹ ਜਿਹੜੀ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਮੈਨੂੰ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਮੇਰੇ ਪਿੱਛੇ ਕਿੱਡਾ ਵੱਡਾ ਪਿਛੋਕੜ ਹੈ। ਐਸਾ ਗਲਤ ਕੰਮ ਨਾ ਕਰਾਂ, ਕਿਉਂਕਿ ਮੇਰੇ ਵਾਲਿਦ ਮੁਹਤਰਮ ਅਕਸਰ ਕਿਹਾ ਕਰਦੇ ਸੀਗੇ ਕਿ ਜਦ ਤੱਕ ਅਸੀਂ ਇਮਾਨਦਾਰੀ ਦੇ ਨਾਲ ਔਰ ਖਲੂਸ ਦੇ ਨਾਲ ਗਰੀਬ ਦੀ ਮਦਦ ਲਈ ਖੜੇ ਰਵਾਂਗੇ ਤੇ ਫਿਰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਸਾਨੂੰ ਝੁਕਾ ਨਹੀਂ ਸਕਦੀ। ਤੇ ਇਸਲਾਮ ਨੇ ਦੁਨੀਆ ਨੂੰ ਸਮਝਾਇਆ ਵੀ ਦੁਨੀਆ ਦੀ ਲੋੜ ਰੋਟੀ ਨਹੀਂ ਹੈ, ਦੁਨੀਆ ਦੀ ਜ਼ਰੂਰਤ ਕਪੜਾ ਨਹੀਂ ਹੈ, ਦੁਨੀਆ ਦੀ ਜ਼ਰੂਰਤ ਮਕਾਨ ਨਹੀਂ ਹੈ। ਇਹ ਸਾਡੇ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਸਾਨੂੰ ਸਮਝਾਇਆ ਵੀ ਦੁਨੀਆ ਦੀ ਸਭ ਤੋਂ ਬੜੀ ਜ਼ਰੂਰਤ ਤਕਰੀਮ ਹੈ, ਇੱਜ਼ਤ ਹੈ। ਦੇਖੋ ਸੋਹਣੇ ਰਸੂਲ ਨੇ ਇੱਕ ਲਫ਼ਜ਼ 'ਚ ਸਾਰਾ ਕੁਝ ਕੁਝੇ 'ਚ ਪਾਤਾ ਕਿ ਅਗਰ ਇੱਜ਼ਤ ਦਓਗੇ ਤੇ ਫਿਰ ਉਹਨੂੰ ਦਰਵਾਜ਼ੇ ਤੇ ਥੋੜੀ ਖੜਾ ਰੱਖੋਗੇ, ਉਹਨੂੰ ਅੰਦਰ ਲਿਆ ਕੇ ਬਿਠਾਓਗੇ। ਰਾਸ਼ਨ ਰਾਤ ਨੂੰ 10 ਵਜੇ ਤੋਂ ਬਾਅਦ ਡਿਲੀਵਰ ਕਰਨਾ। ਜਿਸ ਬੰਦੇ ਦੇ ਘਰ ਜਾਣਾ ਹੈ ਦਰਵਾਜ਼ੇ ਤੇ ਬਾਹਰ ਰੱਖ ਕੇ ਘੰਟੀ ਮਾਰ ਕੇ ਆ ਜਾਣਾ ਹੈ, ਉਹਨੂੰ ਫੋਨ ਤੇ ਦੱਸ ਦੋ ਕਿ ਤੁਹਾਡਾ ਸਮਾਨ ਪਹੁੰਚ ਗਿਆ। ਬੜੇ ਇਮਾਮ ਸਾਹਿਬ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਜੋ ਮਿਸ਼ਨ ਸ਼ੁਰੂ ਕੀਤਾ ਹੈ, ਉਹਨਾਂ ਦਾ ਜਿਹੜਾ ਟੀਚਾ ਹੈ, ਇਹ ਟੀਚਾ ਜਿਹੜਾ ਹੈ ਉਹ ਬੰਦ ਨਹੀਂ ਹੋਣਾ ਚਾਹੀਦਾ। ਮੈਨੂੰ ਉਹਨਾਂ ਦਾ ਮਿਸ਼ਨ ਜਿਹੜਾ ਹੈ ਉਹਨੂੰ ਤਕਮੀਲ ਤੱਕ ਪਹੁੰਚਾਉਣਾ ਹੈ ਔਰ ਉਦੋਂ ਤੱਕ ਕੰਮ ਕਰਨਾ ਹੈ ਜਦ ਤੱਕ ਕੋਈ ਅਗਲਾ ਯੋਗ ਬੰਦਾ ਜਿਹੜਾ ਹੈ ਇਸ ਗੱਦੀ ਨੂੰ ਸੰਭਾਲਣ ਲਈ ਸਾਡੇ ਸਾਹਮਣੇ ਨਹੀਂ ਆ ਜਾਂਦਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਜਿਹੜੀ ਤੁਹਾਡੀ ਮੁਲਾਕਾਤ ਹੈ ਪੰਜਾਬ ਦੇ ਨਵ ਨਿਯੁਕਤ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਹੋਰਾਂ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੈ ਉਹ ਕਰਵਾਉਣ ਜਾ ਰਹੇ ਹਾਂ। ਬੀਤੇ 10 ਤਾਰੀਖ ਨੂੰ ਜਿਹੜਾ ਉਹਨਾਂ ਦੇ ਪਿਤਾ ਜੀ ਦਾ ਇੰਤਕਾਲ ਹੋ ਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਪੂਰਾ ਪਰਿਵਾਰ ਸੀ ਅਜੇ ਸੋਗ ਦੇ ਵਿੱਚ ਹੈ। ਲੋਕ ਤਾਜ਼ੀਅਤ ਦੇ ਲਈ ਵੀ ਇੱਥੇ ਆ ਰਹੇ ਨੇ, ਪਰ ਅਜਿਹੇ ਦੇ ਵਿੱਚ ਮੌਲਾਨਾ ਉਸਮਾਨ ਕੋਲ ਇੱਕ
ਮਾਮਲਾ ਹੈ ਜਿਹੜਾ ਬੀਤੇ ਦਿਨੀ ਆਇਆ ਤੇ ਉਸ ਮਾਮਲੇ ਦੇ ਵਿੱਚ ਪੂਰੇ ਪੰਜਾਬ ਦੇ ਮੁਸਲਮਾਨਾਂ ਦੀਆਂ ਨਜ਼ਰਾਂ ਜਿਹੜੀਆਂ ਸ਼ਾਹੀ ਇਮਾਮ ਪੰਜਾਬ ਦੇ ਉੱਤੇ ਲੱਗੀਆਂ ਹੋਈਆਂ ਸੀ। ਕਿਸ ਤਰੀਕੇ ਨਾਲ ਹੋਇਆ ਉਸ ਤੋਂ ਪਹਿਲਾਂ ਗੱਲਬਾਤ ਕਰ ਲੈਂਦੇ ਆ। ਪਹਿਲੀ ਇੰਟਰਵਿਊ ਹੈ ਬਤੌਰ ਸ਼ਾਹੀ ਇਮਾਮ ਪੰਜਾਬ, ਉਹਨਾਂ ਨਾਲ ਗੱਲਬਾਤ ਸ਼ੁਰੂ ਕਰ ਲੈਂਦੇ ਆ। ਉਸਮਾਨ ਸਾਹਿਬ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। अस्सलाम वालेकुम वरहमतुल्लाहि वबरकातुहू। ਉਸਮਾਨ ਸਾਹਿਬ, ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਇੰਨੇ ਗਮਗੀਨ ਮਾਹੌਲ ਦੇ ਵਿੱਚ, ਕਿਉਂਕਿ ਹਜੇ ਤਾਜ਼ੀਅਤ ਦੇ ਲਈ ਵੀ ਲੋਕ ਆ ਰਹੇ ਨੇ, ਮਨ ਦੇ ਵਿੱਚ ਬਜ਼ੁਰਗਾਂ ਦੇ ਜਾਣ ਦਾ ਵੀ ਇੱਕ ਜਿਹੜਾ ਦੁੱਖ ਹੁੰਦਾ ਹੈ, ਅਫਸੋਸ ਹੁੰਦਾ ਹੈ, ਅਜਿਹੇ ਦੇ ਵਿੱਚ ਤੁਹਾਡੇ ਕੋਲ ਅੱਜ ਬਤੌਰ ਸ਼ਾਹੀ ਇਮਾਮ ਜਦੋਂ ਪਹਿਲਾ ਮਾਮਲਾ ਮੁਹੰਮਦ ਸਲੀਮ ਹੋਣਾ ਦਾ ਆਇਆ, ਜਿਨ੍ਹਾਂ ਨਾਲ ਡੀਐਸਪੀ ਵੱਲੋਂ ਬਦਸਲੂਕੀ ਕੀਤੀ ਗਈ ਸੀ ਢਾਬੇ ਦੇ ਵਿੱਚ, ਤੇ ਇਸ ਉੱਤੇ ਵੀ ਗੱਲਬਾਤ ਕਰਾਂਗੇ। ਪਹਿਲਾਂ ਤੁਸੀਂ ਇਹ ਦੱਸੋ ਕਿ ਇਸ ਵੇਲੇ ਮਨ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ, ਕਿਹੋ ਜਿਹਾ ਜਿਹੜਾ ਸਫ਼ਰ ਹੈਗਾ ਜਮਾ ਮਸਜਿਦ ਲੁਧਿਆਣਾ ਦੇ ਵਿੱਚ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ। ਬੀਤੇ 10 ਸਤੰਬਰ ਨੂੰ ਪੰਜਾਬ ਦੇ ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਸਾਨੀ ਲੁਧਿਆਣਵੀ, ਜੋ ਕਿ ਮੇਰੇ ਵਾਲਿਦ ਮੁਹਤਰਮ ਨੇ, ਉਹਨਾਂ ਦਾ ਇੰਤਕਾਲ ਹੋ ਗਿਆ। ਔਰ ਇੰਤਕਾਲ ਤੋਂ ਬਾਅਦ ਉਹਨਾਂ ਦੇ ਜਨਾਜ਼ੇ 'ਚ ਜਿਹੜੇ ਪੂਰੇ ਪੰਜਾਬ ਤੋਂ ਮੁਸਲਮਾਨ, ਹਿੰਦੂ, ਸਿੱਖ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਜਦ ਲੱਖਾਂ 'ਚ ਪਹੁੰਚੀ ਤੇ ਉਹਨਾਂ ਦੇ ਅੱਖਾਂ 'ਚ ਆਂਸੂਆਂ ਔਰ ਜਜ਼ਬਾਤ ਦੇ ਨਾਲ ਇਹ ਵੀ ਸੀ ਕਿ ਬੜੇ ਇਮਾਮ ਸਾਹਿਬ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਜੋ ਮਿਸ਼ਨ ਸ਼ੁਰੂ ਕੀਤਾ ਹੈ, ਉਹਨਾਂ ਦਾ ਜਿਹੜਾ ਟੀਚਾ ਹੈ, ਇਹ ਟੀਚਾ ਜਿਹੜਾ ਹੈ ਉਹ ਬੰਦ ਨਹੀਂ ਹੋਣਾ ਚਾਹੀਦਾ। ਤੇ ਇੰਤਕਾਲ ਦੇ 4-5 ਦਿਨ ਬਾਅਦ ਲੁਧਿਆਣਾ ਜਾਮਾ ਮਸਜਿਦ ਦੇ ਵਿੱਚ ਇੱਕ ਸਾਦੇ ਸਮਾਰੋਹ 'ਚ ਭਾਰਤ ਦੇ ਚੀਫ ਇਮਾਮ ਉਮਰ ਇਲਿਆਸੀ ਜੀ ਔਰ ਪੀਰ ਜੀ ਹੁਸੈਨ ਅਹਿਮਦ ਸਾਹਿਬ ਬੂੜੀਆ ਜਮਨਾ ਨਗਰ ਸਮੇਤ ਸਾਡੇ ਤਕਰੀਬਨ ਸਾਰੇ ਹੀ ਧਾਰਮਿਕ ਆਗੂ, ਜਿਨ੍ਹਾਂ 'ਚ ਗਿਆਨਸਲ ਮੰਦਿਰ ਦੇ ਪ੍ਰਧਾਨ ਜੀ ਵੀ ਨੇ, ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਪ੍ਰਧਾਨ ਨੇ, ਕੈਲਵੀ ਚਰਚ ਦੇ ਪ੍ਰਧਾਨ ਨੇ, ਔਰ ਸਾਰੇ ਐਮਐਲਏ ਸਾਹਿਬਾਨ ਔਰ ਭਾਰਤ ਭੂਸ਼ਣ ਆਸ਼ੂ ਜੀ ਔਰ ਮਮਤਾ ਆਸ਼ੂ ਜੀ ਭੈਣ ਜੀ ਮੌਜੂਦ ਸਨ। ਜਦੋਂ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ, ਸ਼ਾਹੀ ਇਮਾਮ ਸਾਹਿਬ ਦੀ ਪਗੜੀ ਮੇਰੇ ਸਿਰ ਤੇ ਰੱਖੀ ਗਈ, ਤੇ ਇੰਤਕਾਲ ਤੋਂ ਬਾਅਦ ਮੈਨੂੰ ਐਂ ਲੱਗ ਰਿਹਾ ਸੀ ਜਿੱਦਾਂ ਬਹੁਤ ਵੱਡਾ ਘਾਟਾ ਪੈ ਗਿਆ ਔਰ ਮੈਂ ਬਹੁਤ ਹੀ ਜ਼ਈਫ ਹੋ ਗਿਆ। ਲੇਕਿਨ 5-7 ਦਿਨ ਬਾਅਦ ਜਦੋਂ ਮੇਰੇ ਸਿਰ ਤੇ ਸ਼ਾਹੀ ਇਮਾਮ ਸਾਹਿਬ ਦੀ ਪੱਗ ਰੱਖੀ ਗਈ ਤੇ ਮੈਨੂੰ ਅਹਿਸਾਸ ਹੋਇਆ ਕਿ ਨਹੀਂ, ਮੈਂ ਬਹੁਤ ਤਾਕਤਵਰ ਹੋ ਗਿਆ ਔਰ ਮੈਨੂੰ ਉਹਨਾਂ ਦਾ ਮਿਸ਼ਨ ਜਿਹੜਾ ਹੈ ਉਹਨੂੰ ਤਕਮੀਲ ਤੱਕ ਪਹੁੰਚਾਉਣਾ ਹੈ ਔਰ ਉਦੋਂ ਤੱਕ ਕੰਮ ਕਰਨਾ ਹੈ ਜਦ ਤੱਕ ਕੋਈ ਅਗਲਾ ਯੋਗ ਬੰਦਾ ਜਿਹੜਾ ਹੈ ਇਸ ਗੱਦੀ ਨੂੰ ਸੰਭਾਲਣ ਲਈ ਸਾਡੇ ਸਾਹਮਣੇ ਨਹੀਂ ਆ ਜਾਂਦਾ, ਉਦੋਂ ਤੱਕ ਅਸੀਂ ਇਸ ਦੀ ਖਿਦਮਤ ਜਿਹੜੀ ਅੰਜਾਮ ਦੇਣੀ। ਜੀ। ਤੇ ਉਸਮਾਨ ਸਾਹਿਬ, ਕਿਉਂਕਿ ਤੁਸੀਂ ਬਹੁਤ ਸਾਰੇ ਮੁਸਲਮਾਨ ਭਾਈਚਾਰੇ ਦੇ ਵਿੱਚ ਵਿਚਰਦੇ ਹੋ, ਤੁਹਾਡਾ ਪਿਆਰ, ਤੁਹਾਡੇ ਮੁਹੱਬਤ ਦੇ ਜਿਹੜੇ ਸਾਰੇ ਲੋਕ ਕਾਇਲ ਨੇ, ਬਹੁਤ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਨੂੰ ਬਹੁਤ ਸਾਰੇ ਲੋਕ ਸਾਡੇ ਮੁਸਲਮਾਨ ਭਾਈਚਾਰੇ ਚੋਂ ਵੀ ਤੇ ਗੈਰ ਮੁਸਲਿਮ ਵੀ ਤੁਹਾਨੂੰ ਫੋਲੋ ਕਰਦੇ ਨੇ। ਸੋ ਅਜਿਹੇ ਦੇ ਵਿੱਚ ਥੋੜੀ ਜਿਹੀ ਆਪਣੀ ਜ਼ਿੰਦਗੀ ਬਾਰੇ ਜੇਕਰ ਤੁਸੀਂ ਸਾਨੂੰ ਦੱਸੋ। ਇੱਥੇ ਮੇਰਾ ਜਨਮ 7 ਫਰਵਰੀ 1978 ਨੂੰ ਲੁਧਿਆਣਾ ਵਿਖੇ ਹੋਇਆ, ਹਬੀਬ ਰੋਡ। ਮੇਰੇ ਫਾਦਰ ਮੌਲਾਨਾ ਹਬੀਬੁਰ ਰਹਿਮਾਨ ਸਾਨੀ ਲੁਧਿਆਣਵੀ ਔਰ ਮੇਰੀ ਅੰਮੀ ਜਾਨ ਦਾ ਨਾਮ ਨਸੀਮ ਅਖਤਰ ਹੈ। ਇਬਤਦਾਈ ਤਾਲੀਮ ਜਿਹੜੀ ਹੈ ਮੈਂ ਆਪਣੇ ਦਾਦਾ ਮੁਫਤੀ ਆਜ਼ਮ ਹਜ਼ਰਤ ਮੌਲਾਨਾ ਮੁਹੰਮਦ ਅਹਿਮਦ ਰਹਿਮਾਨੀ ਲੁਧਿਆਣਵੀ ਤੋਂ ਹਾਸਲ ਕੀਤੀ। ਉਸ ਤੋਂ ਬਾਅਦ ਨਰਸਰੀ ਤੋਂ ਲੈ ਕੇ 10th ਤੱਕ ਮੈਂ ਵਾਇਲੀ ਮੈਮੋਰੀਅਲ ਹਾਈ ਸਕੂਲ, ਜਿਹੜਾ ਕਿ ਆਪਣੇ ਸਮੇਂ 'ਚ ਲੁਧਿਆਣੇ ਦਾ ਪਹਿਲਾ ਕਨਵੈਂਟ ਸਕੂਲ ਸੀਗਾ, ਉੱਥੇ ਤਾਲੀਮ ਹਾਸਲ ਕਰਦਾ ਰਿਹਾ। ਉਹਦੇ ਨਾਲ ਨਾਲ ਮੇਰੇ ਅਬੂ ਜਾਨ ਨੇ ਮੈਨੂੰ ਮਸਜਿਦ 'ਚ ਕੁਰਾਨ ਸ਼ਰੀਫ ਪੜ੍ਹਾਉਣ ਦਾ ਸਿਲਸਿਲਾ, ਉਰਦੂ, ਅਰਬੀ ਦੀ ਫਾਰਸੀ ਦਾ ਸਿਲਸਿਲਾ ਜਿਹੜਾ ਉਹ ਜਾਰੀ ਰੱਖਿਆ। ਔਰ ਮੈਨੂੰ ਯਾਦ ਹੈ ਕਿ 10th ਤੋਂ ਬਾਅਦ ਮੈਨੂੰ ਮਾਲੇਰਕੋਟਲਾ ਪੜ੍ਹਨ ਲਈ ਭੇਜਿਆ ਗਿਆ। ਸਾਡੇ ਉੱਥੇ ਉਸਤਾਦ ਨੇ ਮੁਫਤੀ ਮੁਹੰਮਦ ਖਲੀਲ ਸਾਹਿਬ, ਜਿਹੜੇ ਕਿ ਮਹੱਲਾ ਖਟੀਕਾਨ ਦੀ ਮਸਜਿਦ ਜਿਹੜੀ ਹੈ ਉਹਦੇ ਇਮਾਮ ਵੀ ਨੇ, ਤੇ ਜ਼ੀਨਤੁਲ ਉਲੂਮ ਜਿਹੜਾ ਇੱਕ ਰਾਏਕੋਟ ਰੋਡ ਤੇ ਮਦੀਨਾ ਬਸਤੀ ਦੇ ਬਿਲਕੁਲ ਆਪੋਜ਼ਿਟ ਇੱਕ ਮਦਰਸਾ ਹੈ ਜ਼ੀਨਤੁਲ ਉਲੂਮ। ਉਸ ਮਦਰਸੇ 'ਚ ਮੈਂ ਕਈ ਸਾਲ ਤੱਕ ਉਹਨਾਂ ਦੇ ਕੋਲੋਂ ਉਰਦੂ, ਅਰਬੀ ਔਰ ਫਾਰਸੀ ਦੀ ਤਾਲੀਮ ਜਿਹੜੀ ਹੈ ਉਹ ਹਾਸਲ ਕੀਤੀ ਹੈ। ਤੇ ਉਹਦੇ ਬਾਅਦ ਮੇਰਾ ਦਾਖਲਾ ਜਿਹੜਾ ਹੈ ਸਹਾਰਨਪੁਰ ਦੀ ਜਿਹੜੀ ਅਰਬੀ ਯੂਨੀਵਰਸਿਟੀ ਹੈ, ਜਿਹਨੂੰ ਮਜ਼ਾਹਿਰ ਵਕਫ ਕਹਿੰਦੇ ਨੇ, ਤੇ ਉਹਨਾਂ ਦੇ ਜਿਹੜੇ ਵਾਈਸ ਚਾਂਸਲਰ ਸੀ ਬੜੇ ਜਿਹੜੇ ਮੌਲਾਨਾ ਹਜ਼ਰਤ ਮੌਲਾਨਾ ਮੁਫਤੀ ਮੁਜ਼ੱਫਰ ਹੁਸੈਨ ਸਾਹਿਬ ਰਹਿਮਤੁल्लाह ਅਲੈਹ, ਤੇ ਉਹਨਾਂ ਨੂੰ ਅੱਬਾ ਜਾਨ ਨਾਲ ਬੜਾ ਮੁਹੱਬਤ ਸੀ। ਤੇ ਮੈਨੂੰ ਯਾਦ ਹੈ ਜਦ ਮੈਂ ਉੱਥੇ ਦਾਖਲੇ ਲਈ ਜਾਣਾ ਸੀ ਤੇ ਟੀਚਾ ਸੀਗਾ ਕਿ ਦਿਓਬੰਦ ਜਾ ਕੇ ਪੜ੍ਹਨਾ, ਲੇਕਿਨ ਉਹ ਲੁਧਿਆਣੇ ਆਏ ਤੇ ਉਹਨਾਂ ਨੇ ਬੜੇ ਇਮਾਮ ਸਾਹਿਬ ਨੂੰ ਕਿਹਾ ਕਿ ਇਹ ਮੈਨੂੰ ਦਿਓ ਪੜ੍ਹਨ ਲਈ। ਤੇ ਫਿਰ ਉਸ ਤੋਂ ਬਾਅਦ ਮੈਂ ਉੱਥੇ ਅਰਬੀ ਯੂਨੀਵਰਸਿਟੀ 'ਚ ਪੜ੍ਹਦਾ ਰਿਹਾ ਤੇ ਜਿਹੜੀ ਮੇਰੀ ਡਿਗਰੀ ਹੈ ਫਾਜ਼ਿਲ ਦੀ ਜਿਹੜੀ ਡਿਗਰੀ ਹੈ ਮੌਲਵੀਅਤ ਦੀ, ਉਹ ਸਨ 1999 'ਚ ਅਰਬੀ ਯੂਨੀਵਰਸਿਟੀ ਸਹਾਰਨਪੁਰ ਤੋਂ ਕੰਪਲੀਟ ਹੋਈ ਸੀ। ਉਸਮਾਨ ਸਾਹਿਬ, ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਵੇਲੇ ਜਿਹੜੀ ਤੁਹਾਡੇ ਸਿਰ ਦੇ ਉੱਤੇ ਰੱਖੀ ਗਈ ਹੈ।
ਵਿਰਾਸਤ ਦੇ ਤੌਰ ਤੇ ਵੀ ਔਰ ਇਸ ਨੂੰ ਕਹੀਏ ਕਿ ਇਜਤਮਾਈ ਤੌਰ ਤੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸੋ ਕੀ ਪਲਾਨ ਹੈਗੇ ਨੇ, ਅਸੀਂ ਉਸ ਮਸਲੇ ਬਾਰੇ ਵੀ ਗੱਲਬਾਤ ਕਰਾਂਗੇ। ਪਰ ਮੁਸਲਮਾਨ ਲੋਕਾਂ ਦੇ ਲਈ, ਮੁਸਲਮਾਨ ਕੌਮ ਦੇ ਲਈ ਸ਼ਾਹੀ ਇਮਾਮ ਪੰਜਾਬ ਦੇ ਜਿਹੜੇ ਉਹ ਪਲਾਨ ਕੀ ਨੇ? ਅਸਲ 'ਚ ਵਾਲਿਦ ਸਾਹਿਬ ਦਾ ਸਭ ਤੋਂ ਪਹਿਲਾਂ ਇੱਕ ਟੀਚਾ ਇਹ ਰਿਹਾ ਕਿ ਪੰਜਾਬ ਦੇ ਵਿੱਚ ਸਨ 1947 ਤੋਂ ਬਾਅਦ ਸਾਡਾ ਜਿਹੜਾ ਪਰਿਵਾਰ ਹੈ ਉਹ ਪਾਕਿਸਤਾਨ ਨਹੀਂ ਗਿਆ। ਇਹ ਬੜੀ ਇਤਿਹਾਸਕ ਗੱਲ ਹੈ ਕਿ ਸਾਡਾ ਜਿਹੜਾ ਪਰਿਵਾਰਕ ਪਿਛੋਕੜ ਹੈ ਉਹਦੇ ਵਿੱਚ ਜਿਹੜੇ ਬੜੇ ਇਮਾਮ ਸਾਹਿਬਾਨ ਗੁਜ਼ਰੇ ਨੇ, ਖਾਸ ਕਰ ਮੇਰੇ ਫਾਦਰ ਸਾਹਿਬ ਮੌਲਾਨਾ ਵੀਰ ਰਹਿਮਾਨ ਸਾਨੀ ਲੁਧਿਆਣਵੀ, ਉਹਨਾਂ ਦੇ ਫਾਦਰ ਮੁਫਤੀ ਮੁਹੰਮਦ ਅਹਿਮਦ ਰਹਿਮਾਨੀ ਲੁਧਿਆਣਵੀ, ਫਿਰ ਉਹਨਾਂ ਦੇ ਜਿਹੜੇ ਫਾਦਰ ਨੇ ਮੇਰੇ ਪੜਦਾਦਾ ਜਿਨ੍ਹਾਂ ਨੂੰ ਰਈਸੁਲ ਅਹਿਰਾਰ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਕਿਹਾ ਜਾਂਦਾ, ਉਹ ਭਾਰਤ ਦੀ ਜੰਗ ਆਜ਼ਾਦੀ ਦੇ ਮੁੱਢਲੇ ਹੀਰੋਆਂ ਦੇ ਵਿੱਚੋਂ ਇੱਕ ਸੀ। ਸਰਦਾਰ ਭਗਤ ਸਿੰਘ ਦੀ ਮਦਦ ਕੀਤੀ। ਭਗਤ ਸਿੰਘ ਦੇ ਫਾਦਰ ਸਰਦਾਰ ਕਿਸ਼ਨ ਸਿੰਘ ਜੀ ਸਾਡੇ ਘਰ ਰਹਿੰਦੇ ਰਹੇ। ਜਦੋਂ ਕੋਈ ਉਹਨਾਂ ਨੂੰ ਪਨਾਹ ਨਹੀਂ ਦਿੰਦਾ ਸੀਗਾ, ਅਸੀਂ ਉਸ ਪਰਿਵਾਰ ਨੂੰ ਆਪਣੇ ਘਰ ਦੇ ਵਿੱਚ ਰੱਖਿਆ। ਔਰ ਸੁਭਾਸ਼ ਚੰਦਰ ਬੋਸ ਜਦੋਂ ਜਾਪਾਨ ਗਏ ਨੇ, ਉਹਨਾਂ ਦਾ ਜਾਪਾਨ ਤੱਕ, ਕਾਬੁਲ ਤੱਕ ਪਹੁੰਚਣ ਦੇ ਪ੍ਰਬੰਧ ਕੀਤੇ, ਉਹਦੇ ਲਈ ਵੀ ਸਜ਼ਾ ਕੱਟੀਆਂ। ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਨਾਲ ਵੀ ਜੰਗ ਆਜ਼ਾਦੀ 'ਚ ਸ਼ਾਮਲ ਰਹੇ। ਲਾਲਾ ਜੀ ਨੂੰ ਇੱਕ ਲਾਠੀ ਨਹੀਂ ਪੈਣ ਦਿੱਤੀ। ਜਦੋਂ ਲੁਧਿਆਣਾ ਦੇ ਵਿੱਚ ਗਵਰਨਰ ਨੇ, ਐਡਵਾਇਰ ਨੇ ਆਣਾ ਸੀ, ਉਹਦੀ ਕੁਰਸੀ ਤੇ ਮੌਲਾਨਾ ਵੀਰ ਰਹਿਮਾਨ ਲੁਧਿਆਣਵੀ ਨੇ ਲਾਲਾ ਲਾਜਪਤ ਰਾਏ ਜੀ ਨੂੰ ਲਿਆ ਕੇ ਬਿਠਾਇਆ ਜਦੋਂ ਉਹਨੇ ਖੁੱਲਾ ਦਰਬਾਰ ਲਾਣਾ ਸੀਗਾ। ਸਨ 1936 ਦੀ ਗੱਲ ਹੈ। ਫਿਰ ਉਹਦੇ ਬਾਅਦ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੇ ਨਾਲ ਸਾਂਝ ਨਿਭਾਈ ਜੰਗ ਆਜ਼ਾਦੀ ਦੇ ਵਿੱਚ। ਨਾਮਧਾਰੀਆਂ ਦੇ ਗੁਰੂ ਹੈ ਸਤਿਗੁਰੂ ਪ੍ਰਤਾਪ ਸਿੰਘ, ਉਹ ਔਰ ਮੌਲਾਨਾ ਵੀਰ ਰਹਿਮਾਨ ਲੁਧਿਆਣਵੀ ਜੰਗ ਆਜ਼ਾਦੀ ਦੇ ਵਿੱਚ ਸ਼ਾਮਲ ਰਹੇ। ਔਰ ਉਸ ਤੋਂ ਇਲਾਵਾ ਅਗਰ ਅਸੀਂ ਗੱਲ ਕਰਦੇ ਹਾਂ ਹਿੰਦੁਸਤਾਨ ਦੀ ਆਜ਼ਾਦੀ ਦੇ ਦੌਰਾਨ ਅੰਗਰੇਜ਼ ਦੇ ਖਿਲਾਫ ਵੱਡੇ ਫਤਵਿਆਂ ਦੀ, ਤੇ ਸਾਡੇ ਜਿਹੜੇ ਪਰਦਾਦਾ ਨੇ ਤੇ ਉਹਨਾਂ ਦੇ ਜਿਹੜੇ ਪਰਦਾਦਾ ਨੇ ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ, ਉਹਨਾਂ ਨੇ ਐਸੇ ਸਮੇਂ 'ਚ ਭਾਰਤ ਦੀ ਜੰਗ ਆਜ਼ਾਦੀ ਦਾ ਪਹਿਲਾ ਫਤਵਾ ਦਿੱਤਾ ਜਦ ਬੜੇ ਬੜੇ ਲੋਕ ਅੰਗਰੇਜ਼ ਦੇ ਜ਼ੁਲਮ ਦੀ ਵਜ੍ਹਾ ਨਾਲ ਡਰ ਰਹੇ ਸੀ ਕਿ ਅਗਰ ਅੰਗਰੇਜ਼ ਦੇ ਖਿਲਾਫ ਬੋਲਾਂਗੇ, ਔਰ ਉਦੋਂ ਤਾਂ ਆਹ ਵਾਲਾ ਡੈਮੋਕ੍ਰੈਟਿਕ ਸਿਸਟਮ ਨਹੀਂ ਸੀ ਨਾ ਕਿ ਜੀ ਬੋਲੋਗੇ ਤੇ ਤੁਹਾਡੇ ਖਿਲਾਫ ਕੋਈ ਇਨਕੁਆਇਰੀ ਲੱਗਣੀ ਹੈ, ਜੇ ਕੋਈ ਇਦਾਂ ਹੋਏਗਾ। ਉਦੋਂ ਤਾਂ ਬੋਲਣ ਦਾ ਮਤਲਬ ਸੀ ਸਿੱਧੀ ਮੌਤ ਦੀ ਸਜ਼ਾ। ਉਹਦੇ ਬਾਵਜੂਦ ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ ਨੇ ਅੰਗਰੇਜ਼ ਦੇ ਖਿਲਾਫ ਪਹਿਲਾ ਫਤਵਾ ਦਿੱਤਾ। ਫਿਰ 1888 'ਚ ਭਾਰਤ ਦੀ ਆਜ਼ਾਦੀ ਦੇ ਲਈ ਸਭ ਤੋਂ ਬੜਾ ਮਸਲਾ ਫਿਰਕੂ ਤਾਕਤਾਂ ਨੇ ਖੜਾ ਕੀਤਾ ਔਰ ਅੰਗਰੇਜ਼ ਨੇ ਖੜਾ ਕਰਾਇਆ ਕਿ ਕਿਆ ਹਿੰਦੂ ਔਰ ਮੁਸਲਮਾਨ ਮਿਲ ਕੇ ਇੱਕ ਜਮਾਤ 'ਚ ਲੜ ਸਕਦੇ। ਤੇ 1888 ਤੈयब ਜੀ ਔਰ ਭੀਮ ਜੀ, ਇਹ ਦੋਨੋਂ ਕਾਂਗਰਸ ਦੇ ਫਾਊਂਡਰ ਨੇ, ਸ਼ਾਇਦ ਕਾਂਗਰਸੀਆਂ ਨੂੰ ਵੀ ਅੱਜ ਦੇ ਦੌਰ 'ਚ ਨਾ ਪਤਾ ਹੋਵੇ। ਉਹ ਬੰਬੇ ਤੋਂ ਬਕਾਇਦਾ ਲੁਧਿਆਣਾ ਆਏ। ਉਹਨਾਂ ਨੂੰ ਪਤਾ ਲੱਗਿਆ ਵੀ ਲੁਧਿਆਣੇ 'ਚ ਇੱਕ ਐਸਾ ਇਨਕਲਾਬੀ ਮੌਲਵੀਆਂ ਦਾ ਪਰਿਵਾਰ ਹੈ ਜਿਹੜਾ ਅੰਗਰੇਜ਼ ਦੇ ਖਿਲਾਫ ਖੁੱਲ੍ਹ ਕੇ ਗੱਲ ਕਰਦਾ ਹੈ। ਤੇ ਉਹਨਾਂ ਨੇ ਜਦ ਮੌਲਾਨਾ ਸ਼ਾਹ ਮੁਹੰਮਦ ਲੁਧਿਆਣਵੀ ਸਾਹਿਬ ਨੂੰ ਦਰਖਾਸਤ ਦਿੱਤੀ ਵੀ ਅਸੀਂ ਚਾਹੁੰਦੇ ਕਿ ਕਾਂਗਰਸ ਪਾਰਟੀ ਦੇ ਵਿੱਚ ਸਰਵ ਧਰਮਾਂ ਦੇ ਲੋਕ, ਚਾਹੇ ਉਹ ਮੁਸਲਮਾਨ ਹੋਣ, ਹਿੰਦੂ ਹੋਣ, ਸਿੱਖ ਹੋਣ, ਤੇ ਹਿੰਦੂ ਤਾਂ ਉਹਦੇ 'ਚ ਲੱਗੇ ਨੇ ਕਿ ਮੁਸਲਮਾਨਾਂ ਨੂੰ, ਜਿਨ੍ਹਾਂ ਨੂੰ ਕਿ ਮਿਰਜ਼ਾ ਗੁਲਾਮ ਕਾਦੀਆਨੀ ਵਰਗੇ ਲੋਕ, ਹੋਰ ਜਿਹੜੀਆਂ ਤਨਜ਼ੀਮਾਂ ਰੋਕ ਰਹੀਆਂ ਕਿ ਨਹੀਂ ਅਸੀਂ ਇਕੱਠੇ ਦੇਸ਼ ਦੀ ਆਜ਼ਾਦੀ ਨਹੀਂ ਲੜਨੀ, ਤੇ ਨੁਸਰਤੁਲ ਇਬਰਾਰ ਦੇ ਨਾਂ ਤੋਂ ਦੂਸਰਾ ਆਜ਼ਾਦੀ ਦਾ ਬੜਾ ਫਤਵਾ ਵੀ ਉਹ ਸਾਡੇ ਖਾਨਦਾਨ ਨੂੰ ਔਲਮਾ ਲੁਧਿਆਣਾ ਨੇ ਜਾਰੀ ਕੀਤਾ ਔਰ ਉਹ ਫਤਵਾ ਬਕਾਇਦਾ ਛਪਣ ਤੋਂ ਬਾਅਦ ਬਹੁਤ ਮਸ਼ਹੂਰ ਹੋਇਆ। ਔਰ 1936 'ਚ ਜਦੋਂ ਕਾਂਗਰਸ ਦਾ ਪਹਿਲਾ ਅਧਿਵੇਸ਼ਨ ਬਕਾਇਦਾ ਇਲਾਹਾਬਾਦ 'ਚ ਆਇਆ ਤੇ ਉਹਦੇ ਵਿੱਚ ਉਹ ਫਤਵਾ ਤਕਸੀਮ ਕੀਤਾ ਗਿਆ ਤਾਂ ਕਿ ਸਰਵ ਧਰਮਾਂ ਦੇ ਲੋਕ ਜਿਹੜੇ ਨੇ ਉਹ ਜੰਗ ਆਜ਼ਾਦੀ ਦੇ ਵਿੱਚ ਸ਼ਾਮਿਲ ਹੋਣ। ਇਹਦੇ ਇਲਾਵਾ ਫਿਰ ਜਦੋਂ ਅੰਗਰੇਜ਼ਾਂ ਨੇ ਮਿਰਜ਼ਾ ਗੁਲਾਮ ਕਾਦੀਆਨੀ ਨੂੰ ਖੜਾ ਕੀਤਾ, ਉਹਦਾ ਮਕਸਦ ਇਹ ਸੀ ਵੀ ਮੁਸਲਮਾਨਾਂ ਨੂੰ ਜੰਗ ਆਜ਼ਾਦੀ ਤੋਂ ਪਿੱਛੇ ਹਟਾਈਏ, ਇਹ ਆਪਣੇ ਘਰ ਦੀ ਲੜਾਈ 'ਚ ਪੈ ਜਾਣ। ਉਸ ਵੇਲੇ ਇੱਕ ਸਿਪਾਹੀ ਦੀ ਇੰਨੀ ਪਾਵਰ ਹੁੰਦੀ ਸੀ ਕਿ ਉਹ ਇੱਕ ਪਿੰਡ 'ਚ ਚੱਲ ਜਾਂਦਾ ਸੀ, ਪੂਰਾ ਪਿੰਡ ਬਾਹਰ ਆ ਜਾਂਦਾ ਸੀ। ਲੇਕਿਨ ਮਿਰਜ਼ਾ ਗੁਲਾਮ ਕਾਦੀਆਨੀ ਨੂੰ ਉਸ ਦੌਰ 'ਚ ਅੰਗਰੇਜ਼ ਨੇ 60 ਸਿਪਾਹੀ ਗਨਮੈਨ ਦਿੱਤੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਕੂਮਤ ਕੀ ਚਾਹੁੰਦੀ ਸੀ ਕਿ ਵੀ ਉਹਦੇ ਤੋਂ ਕੀ ਕਰਾਉਣਾ। ਉਹਨੇ ਫਿਰ ਅੰਗਰੇਜ਼ਾਂ ਦੇ ਹੱਕ 'ਚ ਕਿਤਾਬਾਂ ਲਿਖੀਆਂ, ਅੰਗਰੇਜ਼ਾਂ ਦੇ ਹੱਕ 'ਚ ਫਤਵੇ ਦਿੱਤੇ। ਉਹਦਾ ਮਕਸਦ ਸੀ ਵੀ ਮੁਸਲਮਾਨ ਅੰਗਰੇਜ਼ਾਂ ਤੋਂ ਪਿੱਛਾ ਛੱਡ ਕੇ ਮੇਰੇ ਪਿੱਛੇ ਲੱਗ ਜਾਣ ਤਾਂ ਕਿ ਇਹਨਾਂ ਨੂੰ ਰਾਜ ਕਰਨ ਦਾ ਸਮਾਂ ਮਿਲੇ। ਉਸ ਸਮੇਂ ਜਦ ਸਾਰੇ ਬੜੇ ਬੜੇ ਮੌਲਵੀ ਡਰ ਗਏ ਦੇਸ਼ ਦੇ ਕਿ ਅਗਰ ਮਿਰਜ਼ਾ ਕਾਦੀਆਨੀ ਦੇ ਖਿਲਾਫ ਬੋਲਾਂਗੇ ਤੇ ਸਾਡੇ ਗੱਲ 'ਚ ਤੌਕ ਪੈ ਜਾਏਗਾ, ਤੇ ਉਸ ਸਮੇਂ ਵੀ ਮੌਲਾਨਾ ਸ਼ਾਹ ਮੁਹੰਮਦ ਲੁਧਿਆਣਵੀ ਨੇ ਤੀਸਰਾ ਫਤਵਾ ਦੇਸ਼ ਦੀ ਜੰਗ ਆਜ਼ਾਦੀ ਦਾ, ਜਿਹੜਾ ਇਹ ਤਿੰਨ ਐਸੇ ਫਤਵੇ ਨੇ ਜਿਨ੍ਹਾਂ ਨੇ ਭਾਰਤ ਦੀ ਤਕਦੀਰ ਬਦਲੀ ਹੈ, ਜਿਨ੍ਹਾਂ ਦੇ ਬਦਲੇ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਹ ਉਹ ਇਤਿਹਾਸਿਕ ਫਤਵੇ ਨੇ ਜਿਹੜੇ ਅੱਜ ਵੀ ਕਿਤਾਬਾਂ ਦੇ ਵਿੱਚ ਮੌਜੂਦ ਨੇ। ਉਹਨਾਂ ਨੇ ਫਤਵਾ ਦਿੱਤਾ ਕਿ ਮਿਰਜ਼ਾ ਗੁਲਾਮ ਕਾਦੀਆਨੀ ਮੁਸਲਮਾਨ ਨਹੀਂ, ਅੰਗਰੇਜ਼ਾਂ ਦਾ ਏਜੰਟ ਹੈ ਔਰ ਇਹਦੇ ਬਦਲੇ 'ਚ ਸਾਡੇ ਪਰਿਵਾਰ ਨੂੰ ਲਗਾਤਾਰ 150 ਸਾਲ ਤੱਕ ਸਜ਼ਾਵਾਂ ਦਿੱਤੀਆਂ ਗਈਆਂ। ਸਾਡੇ ਪੂਰੇ ਖਾਨਦਾਨ ਦੇ ਮਕਾਨਾਤ ਅੰਗਰੇਜ਼ ਨੇ ਗਿਰਾਏ। ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਮੁਲਕ ਦੀ ਸਭ ਤੋਂ ਲੰਬੀ ਕੈਦ ਜਿਹੜੀ ਹੈ 14 ਸਾਲ 8 ਮਹੀਨੇ, ਕਿਸੇ ਵੀ ਫਰੀडम ਫਾਈਟਰ ਨੇ ਐਡੀ ਲੰਬੀ ਕੈਦ ਨਹੀਂ ਕੱਟੀ, ਉਹ ਕੱਟੀ। ਰੋਜ਼ਾਨਾ ਉਹਨਾਂ ਨੂੰ ਗਰਮੀਆਂ ਦੇ ਵਿੱਚ ਮੁਲਤਾਨ ਜੇਲ੍ਹ 'ਚ ਰੱਖਿਆ ਜਾਂਦਾ ਸੀਗਾ ਤਾਂ ਕਿ ਗਰਮੀ ਬਹੁਤ ਹੈ, ਮੌਸਮ ਨੂੰ ਸਜ਼ਾ ਦੇ ਤੌਰ ਤੇ ਇਸਤੇਮਾਲ ਕੀਤਾ ਜਾਏ। ਸਰਦੀਆਂ 'ਚ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੂੰ ਧਰਮਸ਼ਾਲਾ ਜੇਲ੍ਹ 'ਚ ਮੁੰਤਕਿਲ ਕੀਤਾ ਜਾਂਦਾ ਸੀ ਤਾਂ ਕਿ ਠੰਡ ਦੀ ਵਜ੍ਹਾ ਨਾਲ ਇਹਨਾਂ ਨੂੰ ਤਕਲੀਫ ਪਹੁੰਚੇ।
ਫਿਰ ਉਸ ਤੋਂ ਬਾਅਦ ਜਦ ਅੰਗਰੇਜ਼ ਨੇ ਹਿੰਦੂ ਪਾਣੀ ਮੁਸਲਮਾਨ ਪਾਣੀ ਦਾ ਮਸਲਾ ਚੱਕਿਆ, ਫਿਰ ਸਾਡਾ ਪਰਿਵਾਰ ਸਾਹਮਣੇ ਆਇਆ। ਉਹਨਾਂ ਨੇ ਐਲਾਨ ਕੀਤਾ ਮੌਲਾਨਾ ਮੀਰਾਂ ਲੁਧਿਆਣਵੀ ਨੇ ਕਿ ਅਗਰ ਅਸੀਂ ਇਹ ਪਾਣੀ ਦੇ ਘੜੇ ਤੋੜਾਂਗੇ ਜਿਹੜੇ ਸਟੇਸ਼ਨ ਤੇ ਰੱਖੇ ਹੈ, ਜਿਸ 'ਚ ਬਾਰ-ਬਾਰ ਇਹ ਕਿਹਾ ਜਾ ਰਿਹਾ ਕਿ ਹਿੰਦੂ ਪਾਣੀ ਪੀਓ ਮੁਸਲਮਾਨ ਪਾਣੀ ਪੀਓ, ਤਾਂ ਕਿ ਇਹ ਕੌਮਾਂ ਆਪਸ 'ਚ ਹੀ ਲੜੀ ਜਾਣ, ਅੰਗਰੇਜ਼ ਦੇ ਖਿਲਾਫ ਨਾ ਚੱਲਣ, ਉਹਨਾਂ ਘੜਿਆਂ ਨੂੰ ਵੀ ਤੁੜਵਾਇਆ। ਉਹਦੀ ਵੀ ਸਜ਼ਾ ਜਿਹੜੀ ਹੈ ਅਸੀਂ ਭੁਗਤੀ ਹੈ ਔਰ ਸਾਡੇ ਖਾਨਦਾਨ ਦੇ ਮੁਤਾਦਿਦ ਲੋਕਾਂ ਨੇ ਸ਼ਹਾਦਤਾਂ ਹਾਸਲ ਕੀਤੀਆਂ। ਮੇਰੀ ਜੱਦੇ ਅਮਜਦਾ ਯਾਨੀ ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ ਨੇ ਬਕਾਇਦਾ ਅੰਗਰੇਜ਼ਾਂ ਤੋਂ ਲੁਧਿਆਣੇ ਦਾ ਕਿਲਾ ਫਤਿਹ ਕੀਤਾ, ਸਾਰੀ ਪੰਜਾਬ ਦੀ ਛਾਉਣੀਆਂ 'ਚ 1857 'ਚ ਬਗਾਵਤ ਕਰਾਈ, ਫੌਜ ਲੈ ਕੇ ਬਹਾਦਰ ਸ਼ਾਹ ਜ਼ਫਰ ਦੇ ਲਈ ਮਦਦ ਦੇ ਲਈ ਦਿੱਲੀ ਪਹੁੰਚੇ। ਜਨਰਲ ਬਖਤ ਖਾਨ ਦੇ ਨਾਲ ਮਿਲ ਕੇ ਅੰਗਰੇਜ਼ ਨੂੰ 5 ਦਿਨ ਤੱਕ ਉਹਨਾਂ ਦੇ ਦੰਦ ਖੱਟੇ ਕੀਤੇ, ਉਹਨਾਂ ਦੀ ਬੀਵੀ ਉਹਨਾਂ ਦੇ ਰਿਸ਼ਤੇਦਾਰ ਉੱਤੇ ਸ਼ਹੀਦ ਹੋਏ। ਤੇ ਸਾਡੀ ਜਿਹੜੀ ਵੱਡੀ ਮਾਂ ਆ ਉਹਦੀ ਕਬਰ ਫਤਿਹਪੁਰੀ ਮਸਜਿਦ ਜਿਹੜੀ ਹੈ ਚਾਂਦਨੀ ਚੌਂਕ ਜਿਹੜੀ ਸ਼ਾਹੀ ਮਸਜਿਦ ਹੈ ਉਹਦੇ ਵਿਹੜੇ 'ਚ ਅੱਜ ਵੀ ਮੌਜੂਦ ਹੈ। ਔਰ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਦੀ ਜਿਹੜੀ ਕਬਰ ਹੈ ਉਹ ਦਿੱਲੀ ਦੇ ਸ਼ਾਹੀ ਇਮਾਮ ਹਜ਼ਰਾਤ ਜਿੱਥੇ ਦਫਨ ਹੁੰਦੇ ਦਿੱਲੀ ਜਾਮਾ ਮਸਜਿਦ 'ਚ, ਉਹਨਾਂ ਦੀ ਕਬਰ ਅੱਜ ਵੀ ਉੱਥੇ ਮੌਜੂਦ ਹੈ। ਤੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਨੂੰ, ਤੇ ਮੈਨੂੰ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਮੇਰੇ ਪਿੱਛੇ ਕਿੱਡਾ ਵੱਡਾ ਪਿਛੋਕੜ ਹੈ। ਔਰ ਮੈਂ ਉਸ ਦਿਨ ਤੋਂ ਇਹੀ ਦੁਆ ਕੀਤੀ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਗਲਤ ਕੰਮ ਨਾ ਕਰਾਂ, ਕਿਉਂਕਿ ਮੇਰੇ ਵਾਲਿਦ ਮੁਹਤਰਮ ਅਕਸਰ ਕਿਹਾ ਕਰਦੇ ਸੀਗੇ ਕਿ ਜਦ ਤੱਕ ਅਸੀਂ ਇਮਾਨਦਾਰੀ ਦੇ ਨਾਲ ਔਰ ਖਲੂਸ ਦੇ ਨਾਲ ਗਰੀਬ ਦੀ ਮਦਦ ਲਈ ਖੜੇ ਰਵਾਂਗੇ ਤੇ ਫਿਰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਸਾਨੂੰ ਝੁਕਾ ਨਹੀਂ ਸਕਦੀ। ਸੋ ਉਸਮਾਨ ਸਾਹਿਬ, ਤੁਹਾਡੇ ਕੋਲ ਬਤੌਰ ਸ਼ਾਹੀ ਇਮਾਮ ਪਹਿਲਾ ਮਾਮਲਾ ਤੁਹਾਡੇ ਕੋਲ ਮੁਹੰਮਦ ਸਲੀਮ ਦਾ ਆਇਆ। ਹਜੇ ਜਿਹੜਾ ਪਰਿਵਾਰ ਹੈਗਾ ਉਹ ਦੁੱਖ ਵਾਲੇ ਪਾਸੇ ਤੋਂ ਲੰਘ ਰਿਹਾ ਹੈ। ਅਜਿਹੇ ਦੇ ਵਿੱਚ ਕੀ ਮਾਮਲਾ ਸੀ ਉਹ, ਫਿਰ ਕਿਸ ਤਰੀਕੇ ਨਾਲ ਤੁਸੀਂ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਹੱਲ ਕਰਵਾਇਆ? ਇੱਦਾਂ ਹੈ ਕਿ ਜਦੋਂ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਤੇ ਇਹ ਖੁਦਾ ਦੇ ਸ਼ੁਕਰ ਮੈਂ ਅਦਾ ਕਰਦਾ ਹਾਂ ਕਿ ਪਿਛਲੇ 4 ਦਿਨਾਂ ਦੇ ਵਿੱਚ 5 ਦਿਨਾਂ ਦੇ ਵਿੱਚ ਆਮ ਹਾਲਾਤ 'ਚ ਜਿੱਦਾਂ ਰੋਜ਼ਾਨਾ ਬੜੇ ਸ਼ਾਹੀ ਇਮਾਮ ਸਾਹਿਬ ਕੋਲ ਲੋਕ ਆਉਂਦੇ ਸੀ, ਕਿਸੇ ਨੂੰ ਦਵਾਈ ਚਾਹੀਦੀ ਹੈ, ਕਿਸੇ ਨੂੰ ਹਸਪਤਾਲ ਦੀ ਜ਼ਰੂਰਤ ਹੈ, ਕਿਸੇ ਨੂੰ ਕਿਰਾਇਆ ਚਾਹੀਦਾ, ਉਹਦੇ ਲਈ ਬਕਾਇਦਾ ਸਾਡੀ ਮਸਜਿਦ 'ਚ ਔਰ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਉਹਦੀ ਸੈਲਫ ਰਿਸਪੈਕਟ ਜਿਹੜੀ ਹੈ ਹਰਟ ਨਾ ਹੋਵੇ, ਯਾਨੀ ਲੋਕਾਂ ਨੂੰ ਪਤਾ ਨਾ ਲੱਗੇ ਕਿ ਅਸੀਂ ਉਹਦੀ ਮਦਦ ਕਰ ਰਹੇ ਹਾਂ। ਤੇ ਬਹੁਤ ਸਾਰੇ ਮਹਿਮਾਨ ਜਦੋਂ ਸਾਡੇ ਦਰਮਿਆਨ ਹੁੰਦੇ ਸੀ ਉਸ ਦੌਰਾਨ ਵੀ ਮੈਂ ਬਾਹਰ ਸੰਤਰੀਆਂ ਨੂੰ ਵੀ ਕਿਹਾ ਕਿ ਅਗਰ ਕੋਈ ਜ਼ਰੂਰਤਮੰਦ ਆਂਦਾ ਹੈ ਤੇ ਉਹਨੂੰ ਸਿੱਧਾ ਪਹਿਲਾਂ ਮੇਰੇ ਕੋਲ ਲਿਆਓ, ਚਾਹੇ ਕੋਈ ਬੜੇ ਤੋਂ ਬੜਾ ਆਦਮੀ ਕਿਉਂ ਨਾ ਬੈਠਾ ਹੋ। ਤਾਂ ਇਸ ਦੌਰਾਨ ਮੈਂ ਸਮਝਦਾ ਕਿ ਜਿੰਨੇ ਜ਼ਰੂਰਤਮੰਦ ਆਏ ਤੇ ਕੋਈ ਵੀ ਖਾਲੀ ਨਹੀਂ ਗਿਆ। ਲੇਕਿਨ ਕੱਲ ਰਾਤ ਤਕਰੀਬਨ 11:30 ਵਜੇ ਸਰਹਿੰਦ ਦੇ ਕੋਲ ਇੱਕ ਪਿੰਡ ਹੈ ਸੈਦਪੁਰਾ, ਜਿਹੜਾ ਕਿ ਨੈਸ਼ਨਲ ਹਾਈਵੇ ਦੇ ਉੱਤੇ ਹੈ। ਉੱਥੇ ਪੈਟਰੋਲ ਪੰਪ ਦੇ ਸਾਹਮਣੇ ਲੁਧਿਆਣਾ ਵੈਸ਼ਨੂ ਢਾਬਾ ਹੈ ਜਿਹੜਾ ਕਿ ਮੁਹੰਮਦ ਸਲੀਮ ਜੀ ਦਾ, ਤੇ ਉਹਨਾਂ ਦੇ ਬੇਟੇ ਦਾ ਮੈਨੂੰ ਫੋਨ ਆਇਆ ਔਰ ਉਹ ਬੁਰੀ ਤਰ੍ਹਾਂ ਰੋ ਰਿਹਾ ਸੀ। ਤੇ ਉਹਨੇ ਮੈਨੂੰ ਕਿਹਾ ਕਿ ਇੱਕ ਡੀਐਸਪੀ ਹੈ ਜਿਨ੍ਹਾਂ ਦਾ ਨਾਮ ਮਨਜੀਤ ਸਿੰਘ ਹੈ ਤੇ ਉਹ ਤੇ ਉਹਨਾਂ ਦੇ ਜਿਹੜੇ ਬਾਡੀਗਾਰਡਸ ਨੇ ਤੇ ਉਹ ਸਾਨੂੰ ਬੁਰੀ ਤਰ੍ਹਾਂ ਕੁੱਟ ਰਹੇ ਨੇ। ਤੇ ਕਿਉਂ ਕੁੱਟ ਰਹੇ ਨੇ? ਕਿਉਂਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਨੇ ਤੇ ਉਹਨਾਂ ਨੇ ਜਿਹੜੀਆਂ ਚੀਜ਼ਾਂ ਇਹਨਾਂ ਕੋਲ ਮੰਗੀਆਂ ਉਹ ਦੇ ਦਿੱਤੀਆਂ ਗਈਆਂ, ਕੁਝ ਪਸੰਦ ਨਹੀਂ ਆਇਆ ਤੇ ਉਹਨਾਂ ਨੇ ਇਹਨੂੰ ਥੱਪੜ ਮਾਰਨੇ ਜਿਹੜੇ ਹੈ ਸ਼ੁਰੂ ਕਰ ਦਿੱਤੇ ਗਏ। ਤੇ ਇਹ ਗੱਲ ਜਿਹੜੀ ਹੈ ਕੋਈ ਆਮ ਗੱਲ ਨਹੀਂ ਸੀ, ਕਿਉਂਕਿ ਇੱਕ ਵੱਡੇ ਪੱਧਰ ਦਾ ਫਸਟ ਕਲਾਸ ਦਰਜੇ ਦਾ ਅਗਰ ਇੱਕ ਅਫਸਰ ਕਿਸੇ ਘੱਟ ਗਿਣਤੀ ਦੇ ਨਾਲ ਔਰ ਕਿਸੇ ਆਮ ਬੰਦੇ ਦੇ ਨਾਲ ਵੀ ਅਗਰ ਇਦਾਂ ਦੀ ਜ਼ੁਲਮ ਔਰ ਜ਼ਿਆਦਤੀ ਕਰਦਾ ਹੈ ਤੇ ਮੈਂ ਸਮਝਦਾ ਕਿ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਉਸੇ ਵੇਲੇ ਰਾਤ ਨੂੰ ਹੀ ਸ਼ਾਹੀ ਇਮਾਮ ਸਾਹਿਬ ਦੇ ਜਿਹੜੇ ਮੁੱਖ ਸਕੱਤਰ ਨੇ ਮੁਹੰਮਦ ਮੁਸਤਕੀਮ ਜੀ, ਤੇ ਉਹਨਾਂ ਨੇ ਜਿਹੜੇ ਉਸ ਰੇਂਜ ਦੇ ਆਈਜੀ ਨੇ ਰਾਕੇਸ਼ ਅਗਰਵਾਲ ਜੀ, ਉਹਨਾਂ ਨਾਲ ਰਾਬਤਾ ਕੀਤਾ ਤੇ ਰਾਤ ਨੂੰ ਹੀ ਐਸਪੀ ਸਾਹਿਬ ਉੱਥੇ ਇੱਕ ਪਹੁੰਚ ਗਏ ਤੇ ਡੀਐਸਪੀ ਸਾਹਿਬ ਨੇ ਫੋਨ ਬੰਦ ਕਰਕੇ ਫਰਾਰ ਦਾ ਰਸਤਾ ਜਿਹੜਾ ਉਹ ਇਖਤਿਆਰ ਕੀਤਾ। ਤੇ ਸਾਨੂੰ ਇਸ ਗੱਲ ਦਾ ਬੜਾ ਅੰਦੇਸ਼ਾ ਸੀਗਾ ਕਿ ਅਗਰ ਇਹ ਟ੍ਰੈਂਡ ਚੱਲ ਪਿਆ ਪੰਜਾਬ ਦੇ ਵਿੱਚ, ਪਹਿਲਾਂ ਵੀ ਬੜੇ ਸ਼ਾਹੀ ਇਮਾਮ ਸਾਹਿਬ ਦੇ ਦੌਰ 'ਚ ਵੀ 3-4 ਲੋਕਾਂ ਨੇ ਐਸੀ ਕੋਸ਼ਿਸ਼ ਕੀਤੀ ਸੀ ਔਰ ਉਹਨਾਂ ਨੇ ਆਪਣੇ ਸਮੇਂ 'ਚ ਬੜੀ ਸਖਤੀ ਨਾਲ ਐਸੇ ਅਨਸਰਾਂ ਨਾਲ ਨਿਪਟਿਆ ਵੀ ਔਰ ਉਹਨਾਂ ਨੂੰ ਨੱਥ ਵੀ ਪਾਈ। ਤੇ ਅਸੀਂ ਇਹੀ ਚਾਹੁੰਦੇ ਸੀਗੇ ਕਿ ਇਹ ਪਹਿਲਾ ਐਸਾ ਵੱਡਾ ਮਾਮਲਾ ਸਾਡੇ ਆਇਆ ਸਾਹਮਣੇ, ਤੇ ਅਗਰ ਅਸੀਂ ਇਹਨੂੰ ਨਜ਼ਰਅੰਦਾਜ਼ ਕਰਾਂਗੇ ਜਾਂ ਇਹ ਸੋਚਾਂਗੇ ਕਿ ਵੀ ਅਫਸਰਾਂ ਨੂੰ ਰਾਜੀ ਕਰ ਲਈਏ ਤੇ ਜਨਤਾ ਨੂੰ ਨਾਰਾਜ਼ ਕਰ ਦਈਏ, ਤੇ ਫਿਰ ਇਹ ਇਸ ਗੱਦੀ ਦੀ ਤੋਹੀਨ ਹੁੰਦੀ ਜਿੱਥੇ ਮੈਂ ਬੈਠਾ। ਕਿਉਂਕਿ ਇਹ ਜਾਮਾ ਮਸਜਿਦ ਜਿਹੜੀ ਹੈ ਸਿਰਫ ਨਮਾਜ਼ ਪੜ੍ਹਨ ਦੇ ਲਈ ਨਹੀਂ ਬਣਾਈ ਗਈ, ਇਹ ਕੇਂਦਰ ਹੈ ਮਜ਼ਲੂਮਾਂ ਦੀ ਮਦਦ ਕਰਨ ਦਾ। ਇੱਥੇ ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਕੀਤੀ ਜਾਂਦੀ ਹੈ। ਇੱਥੇ ਹੁਕਮ ਦਿੱਤਾ ਗਿਆ ਕਿ ਜਿਹੜੇ ਲੋਕ ਖੁਦਾ ਦੇ ਘਰ ਤੱਕ ਪਹੁੰਚਣ, ਆਪਣੀ ਫਰਿਆਦ ਕਰਨ, ਉਹਨਾਂ ਦੀ ਫਰਿਆਦ ਨੂੰ ਪੂਰਾ ਕੀਤਾ ਜਾਏ। ਇਹ ਇੱਕ ਮਿਸ਼ਨ ਦਾ ਨਾਮ ਹੈ, ਇਹ ਇੱਕ ਤਹਿਰੀਕ ਹੈ। ਇਹ ਮੈਂ ਤੁਸੀਂ ਇਹ ਸਮਝ ਲਓ ਕਿ ਘੱਟ ਗਿਣਤੀਆਂ ਦੀ ਪੰਜਾਬ ਦੇ ਮੁਸਲਮਾਨਾਂ ਦੀ ਸ਼ਾਨ ਹੈ। ਤੇ ਅਗਰ ਕੋਈ ਇਹਦਾ ਜ਼ਿੰਮੇਵਾਰੀ ਇਹ ਸੋਚਣ ਲੱਗ ਪਵੇ ਕਿ ਨਹੀਂ ਹੁਣ ਸਰਕਾਰ ਨਾਲ ਨਾਰਾਜ਼ ਹੋ ਜਾਏ, ਹੁਣ ਫਲਾਣਾ ਅਫਸਰ ਨਾਲ ਨਾਰਾਜ਼ ਹੋ ਜਾਏ, ਤੇ ਫਿਰ ਜਿਹੜਾ ਦੁਨੀਆ ਵਾਲਿਆਂ ਦੀ ਨਾਰਾਜ਼ਗੀ ਔਰ ਖੁਸ਼ਨੁਦੀ 'ਚ ਪੈ ਜਾਏਗਾ, ਮੈਂ ਸਮਝਦਾ ਰੱਬ ਉਹਦੇ ਨਾਲ ਰਾਜ਼ੀ ਨਹੀਂ ਹੋ ਸਕਦਾ। ਤੇ ਅਸੀਂ ਉਸ ਮਸਲੇ ਨੂੰ ਚੱਕਿਆ ਤੇ ਔਰ ਸੁਬਾਹ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇੱਕ ਸੁਨੇਹਾ ਭੇਜਿਆ ਕਿ ਇਹ ਜੋ ਕੁਝ ਵੀ ਸਰਹੰਦ ਦੇ ਵਿੱਚ ਹੋਇਆ
ਔਰ ਉਹਦੇ ਨਾਲ 3 ਮਸਲੇ ਜਿਹੜੇ ਹੋਰ ਮੇਰੇ ਨੋਟਿਸ ਦੇ ਵਿੱਚ 24 ਘੰਟੇ ਦੇ ਦੌਰਾਨ ਆਏ ਕਿ ਰਾਇਸਲ ਪਿੰਡ ਹੈ ਬਰਨਾਲੇ ਦੇ ਕੋਲ, ਉੱਥੇ ਵਕਫ ਬੋਰਡ ਵਾਲਿਆਂ ਨੇ ਕਬਰਸਤਾਨ ਵੇਚਤਾ, ਮੁਸਲਮਾਨਾਂ ਦੀ ਹੱਡੀਆਂ ਕੱਢ ਕੇ ਉਹਨਾਂ ਨੇ ਬਾਹਰ ਸੁੱਟ ਦਿੱਤੀਆਂ, ਜਿਨ੍ਹਾਂ ਨੇ ਵੀ ਉੱਥੇ ਕੜਾਹਾ ਚਲਾਇਆ। ਔਰ ਇਸੇ ਤਰ੍ਹਾਂ ਹੁਸ਼ਿਆਰਪੁਰ 'ਚ ਇੱਕ ਘਰ ਦੇ ਵਿੱਚ ਔਰਤਾਂ ਜਿਹੜੀਆਂ ਸਾਡੀਆਂ ਤਬਲੀਗੀ ਜਮਾਤ ਜਿਹੜੀ ਹੈ ਨਾ ਜੀ, ਇਹ ਇੱਕ ਐਸੀ ਸੰਸਥਾ ਹੈ ਜਿਹੜੀ ਕਦੀ ਵੀ ਗੈਰ ਮੁਸਲਿਮਾਂ ਦੀ ਅਪਰੋਚ 'ਚ ਨਹੀਂ ਆਉਂਦੀ, ਉਹਨਾਂ ਨਾਲ ਕੋਈ ਸੰਬੰਧ ਨਹੀਂ ਰੱਖਦੀ। ਇਹਦਾ ਕੰਮ ਹੈ ਕਿ ਮੈਨੂੰ ਜਾਂ ਤੁਹਾਨੂੰ ਨਮਾਜ਼ ਨਹੀਂ ਆਉਂਦੀ ਤੇ ਸਾਨੂੰ ਹੀ ਸਿਖਾਉਣਾ। ਉੱਥੇ ਜਦ ਔਰਤਾਂ ਨੂੰ ਹੀ ਨਮਾਜ਼ ਸਿਖਾ ਰਹੀਆਂ ਸੀ ਤੇ ਕੁਝ ਫਿਰਕੂ ਅਨਸਰਾਂ ਨੇ ਉਸ ਘਰ ਦੇ ਬਾਹਰ ਧਰਨਾ ਲਾਇਆ। ਅਸੀਂ ਹੁਸ਼ਿਆਰਪੁਰ ਦੀ ਐਸਐਸਪੀ ਸਾਹਿਬਾਂ ਨੂੰ ਕਿਹਾ ਕਿ ਵੀ ਇਹਦੇ ਖਿਲਾਫ ਕਾਰਵਾਈ ਕਰੋ। ਉਲਟਾ ਜਿਸ ਮੁਸਲਮਾਨ ਦੇ ਘਰੋਂ ਔਰਤਾਂ ਗਈਆਂ ਉਹਨੂੰ ਹੀ ਥਾਣੇ ਬੁਲਾ ਲਿੱਤਾ ਗਿਆ। ਔਰ ਫਿਰ ਲਗਾਤਾਰ ਫਿਰਕੂ ਅਨਸਰ ਬਾਰ-ਬਾਰ ਐਸਐਸਪੀ ਕੋ ਜਾ ਰਹੇ ਜੀ ਇਹਨਾਂ ਤੇ ਕਾਰਵਾਈ। ਕਿਸ ਗੱਲ ਦੀ ਕਾਰਵਾਈ? ਕਿ ਅਸੀਂ ਕਿਰਾਏਦਾਰ ਹਾਂ, ਅਸੀਂ ਇਸ ਦੇਸ਼ 'ਚ ਕਿਰਾਏਦਾਰ ਹਾਂ ਜਾਂ ਪੰਜਾਬ ਦੇ ਵਿੱਚ ਕਿਰਾਏਦਾਰ ਹਾਂ। ਅਸੀਂ ਇਸ ਮੁਲਕ ਦੀ ਆਜ਼ਾਦੀ ਲਈ ਆਪਣਾ ਖੂਨ ਦਿੱਤਾ, ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਇਸ ਮੁਲਕ ਦੇ ਬਰਾਬਰ ਦੇ ਹਿੱਸੇਦਾਰ ਹਾਂ। ਇਹ ਕੌਣ ਹੁੰਦੇ ਕਹਿਣ ਵਾਲੇ ਕਿ ਉਹਨਾਂ ਦੇ ਉੱਤੇ ਕਾਰਵਾਈ ਕਰੋ? ਔਰ ਮੈਂ ਹੈਰਾਨ ਹਾਂ ਉੱਥੇ ਦੀ ਪੁਲਿਸ ਦੇ ਕਿ ਜਿਨ੍ਹਾਂ ਨੇ ਧੱਕਾ ਕੀਤਾ ਉਹਨਾਂ ਨੂੰ ਬਿਠਾ ਕੇ ਚਾਹ ਪਿਲਾ ਰਹੇ ਹੋ। ਜੇ ਇਸ ਦੇਸ਼ ਦੇ ਵਿੱਚ ਗੁੰਡਾ ਅਨਸਰਾਂ ਨੂੰ ਬਿਠਾ ਕੇ ਕੁਰਸੀਆਂ ਤੇ ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਜਾਏਗਾ ਫਿਰ ਤਾਂ ਗਰੀਬ ਦੀ ਕੋਈ ਇੱਜ਼ਤ ਨਹੀਂ ਹੋਏਗੀ। ਤੇ ਸੀਐਮ ਸਾਹਿਬ ਨੂੰ ਅਸੀਂ ਸੁਨੇਹਾ ਭੇਜਿਆ ਕਿ ਵੀ ਇਹ 3 ਮਾਮਲੇ ਬੜੇ ਹੋਏ ਤੇ ਉਹਨਾਂ ਨੇ ਢੁਕਵੀਂ ਕਾਰਵਾਈ ਕੀਤੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਰਕਾਰ ਨੇ ਨੋਟਿਸ ਲਿੱਤਾ ਔਰ ਸਾਡੇ ਜਿਹੜੇ ਐਸਐਸਪੀ ਨੇ ਆਪਣੇ ਫਤਿਹਗੜ੍ਹ ਸਾਹਿਬ ਦੇ ਗੋਇਲ ਸਾਹਿਬ ਤੇ ਉਹਨਾਂ ਨੇ ਬਹੁਤ ਸਖਤ ਕਾਰਵਾਈ ਜਿਹੜੀ ਹੈ ਡੀਐਸਪੀ ਦੇ ਖਿਲਾਫ, ਉਹਦੇ ਮੁਲਾਜ਼ਮਾਂ ਨੂੰ ਵੀ ਬੁਲਾਇਆ। ਲੁਧਿਆਣੇ ਮੁਸਤਕੀਮ ਸਾਹਿਬ ਗਏ ਸੀ ਜਿਹੜੇ ਸ਼ਾਹ ਇਮਾਮ ਸਾਹਿਬ ਦੇ ਮੁੱਖ ਸਕੱਤਰ ਨੇ ਤੇ ਉਹਨਾਂ ਨੇ ਫਿਰ ਉੱਥੇ ਬਿਆਨ ਵੀ ਲਿੱਤੇ। ਸਾਰੇ ਸਿਪਾਹੀਆਂ ਨੇ ਮੰਨ ਲਿਆ ਕਿ ਵੀ ਸਾਡੇ ਤੋਂ ਸਾਡੇ ਅਫਸਰ ਨੇ ਧੱਕਾ ਕਰਵਾਇਆ ਔਰ ਅਫਸਰ ਨੇ ਸਾਡੇ ਨੇ ਸ਼ਰਾਬ ਪੀਤੀ ਹੋਈ ਸੀ। ਤੇ ਉਹਦੇ ਬਾਅਦ ਕੁਝ ਅਲੱਗ-ਅਲੱਗ ਪੋਲੀਟੀਕਲ ਲੋਕ, ਚਲੋ ਇਹ ਸਮਾਜਿਕ ਤਾਨਾਬਾਨਾ ਹੈ। ਅਗਰ ਕੋਈ ਬੰਦਾ ਆਪਣੀ ਗਲਤੀ ਮੰਨਦਾ ਹੈ ਔਰ ਫਿਰ ਉਹ ਅਪਰੋਚ ਕਰਦਾ ਹੈ ਤੇ ਕੁਰਾਨ ਔਰ ਸ਼ਰੀਅਤ ਕਹਿੰਦੀ ਵੀ ਚਲੋ ਮਾਫ ਕਰ ਦੋ। ਅਗਰ ਉਹ ਮਾਫੀ ਦੇ ਕਾਬਿਲ ਹੈ, ਅਗਰ ਉਹ ਐਕਟ ਮਾਫੀ ਦੇ ਕਾਬਿਲ ਹੈ ਤੇ ਸ਼ਰੀਅਤ ਨੇ ਕਿਹਾ ਕਿ ਮਾਫ ਕਰਨ ਵਾਲਾ ਹੀ ਬੜਾ ਹੁੰਦਾ ਹੈ। ਤੇ ਬਹੁਤ ਸਾਰੇ ਲੋਕਾਂ ਨੇ ਅਪਰੋਚ ਕੀਤੀ ਤੇ ਉਹਨਾਂ ਦੇ ਕੁਝ ਅਜ਼ੀਜ਼ ਜਿਹੜੇ ਸਾਡੇ ਪੁਰਾਣੇ ਜਾਣਨ ਵਾਲੇ ਫਿਰ ਸਰਹੰਦ ਸ਼ਰੀਫ ਦੇ ਖਲੀਫਾ ਸਾਹਿਬ ਔਰ ਉਤੋਂ ਸਾਹਿਬ ਬਾਈ ਉਹਨਾਂ ਦੇ ਨਾਲ ਆਏ ਤੇ ਉਹ ਡੀਐਸਪੀ ਸਾਹਿਬ ਇੱਥੇ ਲੁਧਿਆਣੇ ਆਏ ਤੇ ਅਸੀਂ ਆਪਣੇ ਘਰ ਆਏ, ਕਦੀ ਕਿਸੇ ਬੰਦੇ ਦੀ ਬੇਇੱਜ਼ਤੀ ਨਹੀਂ ਕੀਤੀ। ਇਸਲਾਮ ਨੇ ਕਿਹਾ ਕਿ ਜਿਹੜਾ ਤੁਰ ਕੇ ਤੁਹਾਡੇ ਤੱਕ ਆ ਜਾਏ ਉਹਨੂੰ ਮਾਣ ਦਿਓ, ਸਤਿਕਾਰ ਦਿਓ। ਉਹਨਾਂ ਨੂੰ ਮੈਂ ਇਹੋ ਕਿਹਾ ਕਿ ਇਹਨੂੰ ਆਪਣਾ ਛੋਟਾ ਭਰਾ ਸਮਝੋ। ਦੇਖੋ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਵੱਡਾ ਉਹੀ ਹੈ ਜਿਹੜਾ ਆਪਣੀ ਗਲਤੀ ਨੂੰ ਮੰਨ ਲਵੇ। ਉਹਨਾਂ ਨੇ ਆ ਕੇ ਕਿਹਾ ਕਿ ਇਹ ਸਾਰਾ ਮਿਸਅੰਡਰਸਟੈਂਡਿੰਗ ਦੇ ਨਾਲ ਹੋ ਗਿਆ ਤੇ ਇਹ ਮਾਮਲਾ ਜਿਹੜਾ ਹੈ ਅੱਜ ਇਹ ਪਹਿਲਾ ਮਾਮਲਾ ਮੇਰੇ ਕੋਲ ਜਿਹੜਾ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਹਾਈ ਪ੍ਰੋਫਾਈਲ ਜਿਹੜਾ ਮਾਮਲਾ ਪਹਿਲਾ ਆਇਆ ਔਰ ਇਹ 24 ਘੰਟੇ ਦੇ ਦਰਮਿਆਨ ਅਲਹਮਦੁਲਿਲਾ ਬੜੀ ਖੁਸ਼ ਅਸਲੂਬੀ ਦੇ ਨਾਲ ਔਰ ਇਹਦੇ ਨਾਲ ਇੱਕ ਸੁਨੇਹਾ ਵੀ ਗਿਆ ਕਿ ਕੋਈ ਵੀ ਬੰਦਾ, ਇਹ ਨਹੀਂ ਕਿ ਸਾਡੀਆਂ ਘੱਟ ਗਿਣਤੀਆਂ, ਵੀ ਕੋਈ ਵੀ ਅਫਸਰ ਜਿਹੜਾ ਹੈ ਉਹ ਹਰ ਆਮ ਬੰਦੇ ਨੂੰ ਬੰਦਾ ਹੀ ਸਮਝੇ। ਮੈਂ ਉਹਨਾਂ ਨੂੰ ਇੱਕ ਗੱਲ ਕਹੀ ਔਰ ਕੁਰਾਨ ਪਾਕ ਦੀ ਇੱਕ ਆਇਤ ਸੁਣਾਈ, ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਨਾ। ਕੁਰਾਨ ਪਾਕ ਚ ਅੱਲਾਹ ਤਾਲਾ ਨੇ ਫਰਮਾਇਆ ਕੱਲਾ ਬੱਲਾ ਲਾ ਤੁਕਰੀਮੂਨ ਅਲ ਯਤੀਮ। ਪੰਜਾਬੀ ਚ ਮੈਂ ਤੁਹਾਨੂੰ ਇਹਦੀ ਵਿਆਖਿਆ ਕਰਕੇ ਦੱਸਣਾ ਚਾਹਨਾ ਵੀ ਕੁਰਾਨ ਇਹ ਚਾਹੁੰਦਾ ਹੈ ਕਿ ਇਹ ਗਰੀਬ ਦੇ ਮੂੰਹ 'ਚ ਰੋਟੀ ਨਾ ਪਾਓ, ਇਹਨੂੰ ਨੰਗੇ ਨੂੰ ਕਪੜਾ ਨਾ ਦਿਓ। ਸੋਹਣੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਜੇ ਮਿਸਾਲ ਦੇ ਤੌਰ ਤੇ ਸਾਡਾ ਘਰ ਹੈ, ਘਰ ਦੇ ਬਾਹਰ ਕਟੋਰਾ ਰੱਖਿਆ ਹੈ, ਉਹਦੇ 'ਚ ਅਸੀਂ ਰੋਜ਼ ਦੁੱਧ ਪਾਉਂਦੇ, ਕੁੱਤਾ ਦੁੱਧ ਪੀ ਜਾਂਦਾ। ਤੇ ਇਸਲਾਮ ਨੇ ਦੁਨੀਆ ਨੂੰ ਸਮਝਾਇਆ ਵੀ ਦੁਨੀਆ ਦੀ ਲੋੜ ਰੋਟੀ ਨਹੀਂ ਹੈ, ਦੁਨੀਆ ਦੀ ਜ਼ਰੂਰਤ ਕਪੜਾ ਨਹੀਂ ਹੈ, ਦੁਨੀਆ ਦੀ ਜ਼ਰੂਰਤ ਮਕਾਨ ਨਹੀਂ ਹੈ। ਇਹ ਸਾਡੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਸਮਝਾਇਆ ਵੀ ਦੁਨੀਆ ਦੀ ਸਭ ਤੋਂ ਬੜੀ ਜ਼ਰੂਰਤ ਤਕਰੀਮ ਹੈ, ਇੱਜ਼ਤ ਹੈ, ਅਣਖ ਹੈ, ਸੈਲਫ ਰਿਸਪੈਕਟ ਹੈ। ਉਹੀ ਮੈਂ ਉਹਨਾਂ ਨੂੰ ਕਹੀ ਡੀਐਸਪੀ ਸਾਹਿਬ ਨੂੰ ਕਿ ਗੱਲ ਖਾਣ ਪੀਣ ਦੀ ਨਹੀਂ ਹੈ, ਗੱਲ ਰੋਟੀ ਕੱਪੜੇ ਦੀ ਨਹੀਂ ਹੈ, ਗੱਲ ਸੈਲਫ ਰਿਸਪੈਕਟ ਦੀ ਹੈ। ਇਸਲਾਮ ਨੇ ਕਿਹਾ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਕਿਹਾ ਯਤੀਮ ਜਦੋਂ ਆ ਜਾਏ, ਲੋਕਾਂ ਨੇ ਕਿਹਾ ਯਾ ਰਸੂਲ ਅੱਲਾਹ ਕੱਪੜੇ ਦੇ ਦਿਏ, ਰੋਟੀ ਦੇ ਦਿਏ, ਫਰਮਾਇਆ ਨਹੀਂ ਇੱਜ਼ਤ ਦਿਓ। ਦੇਖੋ ਸੋਹਣੇ ਰਸੂਲ ਨੇ ਇੱਕ ਲਫ਼ਜ਼ 'ਚ ਸਾਰਾ ਕੁਝ ਕੁੱਜੇ 'ਚ ਪਾਤਾ ਕਿ ਅਗਰ ਇੱਜ਼ਤ ਦਓਗੇ ਤੇ ਫਿਰ ਉਹਨੂੰ ਦਰਵਾਜ਼ੇ ਤੇ ਥੋੜੀ ਖੜਾ ਰੱਖੋਗੇ, ਉਹਨੂੰ ਅੰਦਰ ਲਿਆ ਕੇ ਬਿਠਾਓਗੇ। ਤੁਸੀਂ ਜਿਹਨੂੰ ਅੰਦਰ ਬਿਠਾ ਲਿਆ ਕੇ ਉਹਨੂੰ ਤੁਸੀਂ ਪਾਣੀ ਦੁੱਧ ਪਿਲਾਓਗੇ, ਉਹ ਜ਼ਰੂਰਤ ਹੋਊਗੀ ਤਾਂ ਉਹਨੂੰ ਕੱਪੜੇ ਦਓਗੇ, ਜ਼ਰੂਰਤ ਹੋਊਗੀ ਤਾਂ ਉਹਦੀ ਜੇਬ 'ਚ ਪੈਸੇ ਪਾਓਗੇ, ਲੇਕਿਨ ਉਹਦੇ ਨਾਲ ਕੀ ਫਾਇਦਾ ਹੈ? ਉਹਦੀ ਬੇਇੱਜ਼ਤੀ ਨਹੀਂ ਹੋਊਗੀ ਦਰਵਾਜ਼ੇ ਤੇ। ਮੈਂ ਕਿੱਸਾ ਆਪਣੇ ਵਾਲਿਦ ਸਾਹਿਬ ਦੀ ਜ਼ਿੰਦਗੀ ਨਾਲ ਤੁਹਾਡਾ ਸਾਂਝਾ ਕਰਦਾ। ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਫੀਜ਼ੁਰ ਲੁਧਿਆਣਵੀ ਸਾਹਿਬ ਜਿੱਦਣ ਸ਼ਾਹੀਨ ਬਾਗ ਦਾ ਅੰਦੋਲਨ ਖਤਮ ਹੋਇਆ, ਅਸੀਂ ਘਰ ਪਹੁੰਚ ਗਏ ਤੇ ਮੈਂ ਆਪਣੇ ਘਰ ਦੇ ਨਾਲ ਇੱਕ ਮਸਜਿਦ ਹੈ, ਨਮਾਜ਼ ਫਜਰ ਦੀ ਉੱਥੇ ਪੜ੍ਹਦਾ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਆ ਜਾਓ। ਮੈਨੂੰ ਮੁਸਤਕਿਮ ਬਾਈ ਨੂੰ, ਸਾਡੀ ਜਿਹੜੇ ਕੋਰ ਕਮੇਟੀ 'ਚ ਮੈਂਬਰਾਂ ਨੇ ਸਾਰਿਆਂ ਨੂੰ ਬੁਲਾਇਆ। ਕਹਿਣ ਲੱਗੇ ਯਾਰ ਲੋਕੀ ਰਾਸ਼ਨ ਵੰਡੀ ਜਾਂਦੇ, ਤੁਸੀਂ ਘਰ ਬੈਠੇ ਹੋ।
ਤੇ ਮੈਂ ਕਿਹਾ ਅੱਬੂ ਜਾਨ ਆਪਾਂ ਵੀ ਵੰਡਾਂਗੇ। ਫਰਮਾਇਆ ਨਹੀਂ, ਮੈਂ ਇਸ ਵਾਰ ਕਿਸੇ ਗਰੀਬ ਦੀ ਮਦਦ ਨਹੀਂ ਕਰਨਾ ਚਾਹੁੰਦਾ। ਅਸੀਂ ਬੜੇ ਹੈਰਾਨ ਹੋਏ ਜੀ ਕਿਹਦੀ ਮਦਦ ਕਰਨੀ ਹੈ ਫਿਰ? ਕਹਿਣ ਲੱਗੇ ਯਾਰ ਮੈਂ ਚਾਹੁੰਦਾ ਕਿ ਅਸੀਂ ਮਿਡਲ ਕਲਾਸ ਫੈਮਲੀਜ਼ ਤੱਕ ਪਹੁੰਚੀਏ ਜਿਹੜੇ ਹੱਥ ਫੈਲਾਉਂਦੇ ਹੋਏ ਸ਼ਰਮ ਮਹਿਸੂਸ ਕਰਦੇ ਹਨ। ਤੇ ਤੁਸੀਂ ਅਗਰ ਉਸ ਦੌਰ ਦੇ ਅਖਬਾਰ ਚੱਕ ਲਓਗੇ, ਮੈਂ ਨਿਊਜ਼ ਕਟਿੰਗ ਤੁਹਾਨੂੰ ਭੇਜ ਵੀ ਦੇਵਾਂਗਾ। ਮੈਂ ਅੱਬੂ ਜਾਨ ਨੂੰ ਕਿਹਾ ਵੀ ਇਹ ਮੁਸ਼ਕਲ ਹੈ, ਲੋਕਡਾਊਨ ਲੱਗਾ ਸੀ ਕਿੱਦਾਂ ਪਤਾ ਕਰੀਏ ਵੀ ਕਿਹੜਾ ਮਿਡਲ ਕਲਾਸ ਹੈ? ਕਹਿੰਦੇ ਯਾਰ ਮੁਸ਼ਕਲ ਨਹੀਂ ਹੈ, ਮੇਰਾ ਬਿਆਨ ਅਖਬਾਰ 'ਚ ਭੇਜੋ ਵੀ ਜਿਨ੍ਹਾਂ ਨੂੰ ਬਿਨਾਂ ਫੋਟੋ ਖਿਚਵਾਏ ਰਾਸ਼ਨ ਚਾਹੀਦਾ ਉਹ ਇਹਨਾਂ ਮੋਬਾਈਲ ਨੰਬਰਾਂ ਤੇ ਫੋਨ ਕਰਨ, ਆਣ ਨਾ। ਔਰ ਫਿਰ ਅਸੀਂ ਉਹ ਪ੍ਰੈਸ ਨੋਟ ਜਾਰੀ ਕੀਤਾ, ਸਾਰੇ ਅਖਬਾਰਾਂ ਨੇ ਉਹਨੂੰ ਬੜੀ ਅੱਛੀ ਜਗ੍ਹਾ ਦਿੱਤੀ। ਪ੍ਰੈਸ ਵਾਲਿਆਂ 'ਚ ਵੀ ਇਹ ਖਾਸੀਅਤ ਹੈ ਕਿ ਉਹ ਹਮੇਸ਼ਾ ਪੋਜ਼ਿਟਿਵ ਚੀਜ਼ਾਂ ਨੂੰ ਚੱਕਦੇ ਨੇ। ਇਹ ਪੰਜਾਬ ਦੀ ਧਰਤੀ 'ਚ ਹੀ ਇਹ ਗੱਲ। ਤੇ ਰੋਜ਼ਾਨਾ 500-700 ਕਾਲ ਆਉਂਦੀ ਸੀ। ਜ਼ਾਹਿਰ ਜੀ ਗੱਲ ਹੈ ਕਿ ਮੁਸਲਮਾਨਾਂ ਦੀ ਇੱਥੇ ਗਿਣਤੀ 2-4% ਹੈ ਤੇ ਕਾਲਾਂ ਵੀ 2-4% ਦੇ ਹਿਸਾਬ ਨਾਲ ਆਉਣੀਆਂ ਚਾਹੀਦੀਆਂ। ਤੇ ਰੋਜ਼ਾਨਾ 70% ਕਾਲਸ ਨਾਨ ਮੁਸਲਿਮ ਦੀਆਂ ਹੁੰਦੀਆਂ ਸੀ, 30% ਮੁਸਲਮਾਨਾਂ ਦੀ। ਤੇ ਜਦੋਂ ਰਾਸ਼ਨ ਵੰਡਣ ਦਾ ਪਹਿਲਾ ਦਿਨ ਸੀ, ਸਾਨੂੰ ਸਾਰਿਆਂ ਨੂੰ ਉਹਨਾਂ ਨੇ ਬਿਠਾਇਆ। ਉਹ ਬੜੀ ਖੂਬਸੂਰਤ ਗੱਲ ਕਹੀ। ਕਹਿਣ ਲੱਗੇ ਰਾਸ਼ਨ ਰਾਤ ਨੂੰ 10 ਵਜੇ ਤੋਂ ਬਾਅਦ ਡਿਲੀਵਰ ਕਰਨਾ ਹੈ। ਜਿਸ ਬੰਦੇ ਦੇ ਘਰ ਜਾਣਾ ਹੈ ਦਰਵਾਜ਼ੇ ਤੇ ਬਾਹਰ ਰੱਖ ਕੇ ਘੰਟੀ ਮਾਰ ਕੇ ਆ ਜਾਣਾ ਹੈ। ਉਹਨੂੰ ਫੋਨ ਤੇ ਦੱਸ ਦਿਓ ਕਿ ਤੁਹਾਡਾ ਸਮਾਨ ਪਹੁੰਚ ਗਿਆ। ਟੱਕਰ ਜਾਏ ਤੇ ਉਹਨੂੰ ਇਹ ਕਹਿਣਾ ਇਹ ਹੱਕ ਤੁਹਾਡਾ ਸੀ, ਅਸੀਂ ਸਿਰਫ ਪਹੁੰਚਾਉਣ ਲਈ ਆਏ ਹਾਂ। ਔਰ ਰਾਤ ਨੂੰ ਇਸ ਲਈ ਆਏ ਕਿਉਂਕਿ ਸਾਡੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਕਿਹਾ ਕਿ ਮੈਂ ਇੱਜ਼ਤਾਂ ਵੰਡਣ ਲਈ ਆਇਆ। ਤੇ ਤੁਸੀਂ ਕਿਸੇ ਨੂੰ ਇਹ ਨਹੀਂ ਕਹਿਣਾ ਕਿ ਜਾਮਾ ਮਸਜਿਦ ਵਾਲੇ ਰਾਸ਼ਨ ਦੇ ਗਏ। ਔਰ ਤੁਸੀਂ ਸ਼ਹਿਰ ਵਾਲਿਆਂ ਨੂੰ ਪੁੱਛ ਵੀ ਸਕਦੇ ਹੋ। 3 ਮਹੀਨੇ ਅਸੀਂ ਬੜੀ ਇਮਾਨਦਾਰੀ ਨਾਲ ਔਰ ਬੜੇ ਖਲੂਸ ਦੇ ਨਾਲ, ਮੈਨੂੰ ਯਾਦ ਹੈ ਸਨ 1999 ਜਦੋਂ ਮੈਨੂੰ ਨਾਇਬ ਸ਼ਾਹ ਇਮਾਮ ਦਾ ਅਹੁਦਾ ਦਿੱਤਾ ਗਿਆ ਤੇ ਉਹਨਾਂ ਨੇ ਮੈਨੂੰ ਨਸੀਹਤ ਕੀਤੀ ਕਿ ਇੱਕ ਕਦੀ ਕਿਸੇ ਦਾ ਕੰਮ ਕਰਨ ਦੇ ਲਈ ਕੋਈ ਰਿਸ਼ਵਤ ਦੇਣਾ ਚਾਹੇ ਤੇ ਨਹੀਂ ਲੈਣੀ। ਦੂਸਰਾ ਮੈਨੂੰ ਕਿਹਾ ਕਿ ਅਗਰ ਕੋਈ ਰਾਸ਼ਨ ਵੰਡ ਸਮਾਰੋਹ ਹੋਵੇ ਜਾਂ ਕਿਸੇ ਗਰੀਬ ਲੜਕੀ ਦੀ ਸ਼ਾਦੀ ਹੋਵੇ, ਮੈਂ ਚਾਹਨਾ ਵੀ ਤੇਰੀ ਮੌਜੂਦਗੀ ਉੱਥੇ ਕਦੀ ਨਜ਼ਰ ਨਾ ਆਵੇ। ਕਿਉਂਕਿ ਅਸੀਂ ਲੋਕਾਂ ਦੀ ਸੈਲਫ ਰਿਸਪੈਕਟ ਨੂੰ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਦਿੰਦੇ ਹਾਂ। ਤੇ ਇਹ ਮੈਂ ਸਮਝਦਾ ਕਿ ਇਹ ਇੱਕ ਖੂਬਸੂਰਤ ਮਿਸਾਲ ਜਿਹੜੀ ਹੈ ਇਸਲਾਮ ਨੇ ਜਿਹੜੀ ਕਾਇਮ ਕੀਤੀ ਔਰ ਅਸੀਂ ਇਸ ਸਾਂਝ ਨੂੰ ਲੈ ਕੇ ਇਨਸ਼ਾ ਅੱਲਾਹ ਤਾਲਾ ਅੱਗੇ ਚੱਲਾਂਗੇ ਜੀ। ਤੇ ਫਿਰ ਉਸਮਾਨ ਸਾਹਿਬ ਮਾਮਲੇ ਤਾਂ ਬਹੁਤ ਨੇ ਤੇ ਪੂਰੇ ਪੰਜਾਬ ਦੀ ਜਿਹੜੀ ਨਜ਼ਰ ਹੈਗੀ ਉਹ ਇਸ ਵੇਲੇ ਸ਼ਾਹੀ ਜਮਾ ਮਸਜਿਦ ਲੁਧਿਆਣਾ ਖਾਸ ਕਰਕੇ ਨਵੇਂ ਸ਼ਾਹੀ ਇਮਾਮ ਦੇ ਉੱਤੇ ਲੱਗੀ ਹੋਈ ਹੈ। ਕੀ ਲੋਕਾਂ ਨੂੰ ਕੀ ਸੁਨੇਹਾ ਦੋਗੇ? ਬਹੁਤ ਦੱਬੇ ਕੁਚਲੇ ਲੋਕ ਹੈਗੇ ਨੇ, ਬਹੁਤ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ। ਮੈਂ ਪੰਜਾਬ ਦੇ ਸਾਰੇ ਮੁਸਲਮਾਨਾਂ ਨੂੰ ਕਹਿਣਾ ਚਾਹੁੰਦਾ, ਚਾਹੇ ਉਹ ਸ਼ਹਿਰਾਂ 'ਚ ਰਹਿੰਦੇ ਨੇ ਚਾਹੇ ਉਹ ਪਿੰਡਾਂ 'ਚ ਰਹਿੰਦੇ ਨੇ, ਕਿ ਪਹਿਲੀ ਗੱਲ ਤਾਂ ਇਹ ਕਿ ਸਿਵਾਏ ਖੁਦਾ ਤੋਂ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ। ਜਿਹੜੀ ਅਣਖ ਹੈ ਉਹ ਇਹ ਹੈ ਕਿ ਸਾਡਾ ਅਕੀਦਾ ਜਿਹੜਾ ਹੈ ਉਹ ਪੱਕਾ ਰਹਿਣਾ ਚਾਹੀਦਾ। ਸਾਡੇ ਅੱਬੂ ਜਾਨ ਕਿਹਾ ਕਰਦੇ ਸੀ ਕਿ ਕਿਸੇ ਦਾ ਦਿਲ ਨਹੀਂ ਦੁਖਾਣਾ। ਇਸਲਾਮ ਨੇ ਕਿਹਾ ਹੈ ਕਿ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣਾ। ਔਰ ਫਿਰ ਅਗਰ ਕੋਈ ਮਜ਼ਲੂਮ ਤੁਹਾਡੇ ਤੋਂ ਮਦਦ ਮੰਗਣ ਲਈ ਆ ਜਾਵੇ, ਫਿਰ ਇਹ ਨਹੀਂ ਸੋਚਣਾ ਕਿ ਅਗਰ ਇਹਦੀ ਮਦਦ ਕਰਾਂਗੇ ਤੇ ਸਾਡਾ ਨੁਕਸਾਨ ਹੋ ਜਾਏਗਾ। ਤੇ ਪੰਜਾਬੀ ਭਾਈਚਾਰੇ ਨੂੰ ਸਾਰਿਆਂ ਨੂੰ ਮੈਂ ਕਹਿਣਾ, ਖਾਸ ਕਰ ਮੁਸਲਮਾਨਾਂ ਨੂੰ ਇਹ ਕਹਿਣਾ ਕਿ ਦੇਖੋ ਪੰਜਾਬ ਇੱਕ ਖੂਬਸੂਰਤ ਧਰਤੀ ਹੈ, ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ। ਇਸ ਧਰਤੀ ਤੇ ਸਰਵ ਧਰਮਾਂ ਦੇ ਲੋਕ ਬੜੀ ਪਿਆਰ ਮੁਹੱਬਤ ਔਰ ਖਲੂਸ ਨਾਲ ਰਹਿੰਦੇ ਨੇ। ਪਿਛਲੇ ਕੁਝ ਸਾਲਾਂ 'ਚ ਜਿਹੜਾ ਲੋਕਾਂ ਨੇ ਸਿਰਫ ਨਫ਼ਰਤ ਦੀ ਰਾਜਨੀਤੀ ਚਾਲੂ ਕਰਨ ਦੇ ਲਈ ਇੱਕ ਟ੍ਰੈਂਡ ਚਲਾਇਆ ਕਿ ਜਦੋਂ ਜਿਸ ਮਜ਼ਹਬ ਦਾ ਕੋਈ ਦਿਨ ਆਵੇ ਉਹ ਉਹਦੇ ਖਿਲਾਫ ਬੋਲਣ ਲੱਗ ਪੈਂਦੇ ਨੇ। ਤੇ ਮੈਂ ਚਾਹੁੰਦਾ ਇਹਨਾਂ ਨੂੰ ਨਜ਼ਰਅੰਦਾਜ਼ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਈਏ। ਔਰ ਜਦ ਕਦੀ ਕਿਤੇ ਜ਼ਰੂਰਤ ਪੈਂਦੀ ਹੈ, ਕਦੀ ਵੀ ਸਾਡੇ ਸ਼ੁਰੂ ਤੋਂ ਅਸੂਲ ਹੈ ਅੱਬਾ ਜਾਨ ਦੇ ਵਕਤ ਤੋਂ, ਤੁਸੀਂ ਰਾਤ ਨੂੰ ਅਗਰ 2 ਵਜੇ ਵੀ ਸਾਨੂੰ ਫੋਨ ਕਰੋਗੇ ਤੇ ਅਸੀਂ 2 ਵਜੇ ਹੀ ਤੁਹਾਨੂੰ ਰਾਤ ਨੂੰ ਰਿਪਲਾਈ ਦੇਵਾਂਗੇ। ਸਾਡਾ ਮਕਸਦ ਸਿਰਫ ਦੀਨੀ ਭਾਈਆਂ ਦੀ ਨਹੀਂ ਬਲਕਿ तमाम ਇਨਸਾਨਾਂ ਦੀ ਮਦਦ ਕਰਨਾ। ਨਾ ਅਸੀਂ ਇਲੈਕਸ਼ਨ ਲੜਿਆ, ਨਾ ਅਸੀਂ ਇਲੈਕਸ਼ਨ ਲੜਨਾ ਔਰ ਨਾ ਅਸੀਂ ਕਿਸੇ ਕੋਲ ਅੱਜ ਤੱਕ ਵੋਟ ਮੰਗਣ ਲਈ ਗਏ ਹਾਂ। ਲੇਕਿਨ ਅਗਰ ਮਜ਼ਲੂਮ ਕੋਈ ਆ ਜਾਏ, ਕਿੰਨੇ ਹਿੰਦੂ ਸਿੱਖ ਦੋਸਤ ਆਉਂਦੇ ਆ, ਕਈਆਂ ਨੂੰ ਲੋਕਡਾਊਨ 'ਚ ਮੇਰੀ ਇੱਕ ਹਿੰਦੂ ਭੈਣ ਹੈ ਉਹਨੂੰ ਕੱਢਤਾ ਉਹਦੇ ਮਕਾਨ ਮਾਲਕ ਨੇ, ਤੁਸੀਂ ਯਕੀਨ ਮੰਨੋ ਕਿ ਅਸੀਂ 5 ਘੰਟੇ 'ਚ ਉਹਦਾ ਸਮਾਨ ਵਾਪਸ ਰਖਾਇਆ ਔਰ ਸੀਪੀ ਸਾਹਿਬ ਨੇ ਫੋਨ ਕਰਕੇ 3 ਵਾਰੀ ਨਾਮ ਕਨਫਰਮ ਕੀਤਾ ਔਰ ਫਿਰ ਕਹਿੰਦੇ ਯਾਰ ਆਪਕੇ ਪਾਸ ਨॉन ਮੁਸਲਿਮ ਵੀ ਆਤੇ। ਮੈਂ ਕਿਹਾ ਕਿਉਂ, ਅਸੀਂ ਪੰਜਾਬੀ ਨਹੀਂ ਹੈਗੇ? ਤੇ ਸਾਡੀ ਭਾਈਚਾਰਕ ਸਾਂਝ ਨਹੀਂ ਬਣੀ ਹੋਈ। ਤੇ ਮੈਂ ਮੁਸਲਮਾਨਾਂ ਨੂੰ ਹੀ ਨਹੀਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਖੁਦਾ ਤੋਂ ਇਲਾਵਾ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ, ਲੇਕਿਨ ਹਾਂ ਆਪ ਕਿਸੇ ਨੂੰ ਨੁਕਸਾਨ ਨਾ ਪਹੁੰਚਾਓ। ਤੁਸੀਂ ਆਪਣੀ ਜ਼ਾਤ ਤੋਂ ਕਿਸੇ ਦਾ ਦਿਲ ਨਾ ਦੁਖਾਓ। ਸ਼ਰੀਅਤ ਨੇ ਸਭ ਤੋਂ ਬੜਾ ਗੁਨਾਹ ਦੂਸਰੇ ਦੇ ਦਿਲ ਦੁਖਾਉਣ ਨੂੰ ਦਿੱਤਾ ਹੈ ਤੇ ਦਿਲ ਨਾ ਦੁਖਾਓ। ਔਰ ਪੰਜਾਬ ਦੇ ਮੁਸਲਮਾਨਾਂ ਦੇ ਬੜੇ ਮਸਲੇ ਨੇ। ਮੈਂ ਸਮਝਦਾ ਕਿ ਜਿੰਨਾ ਕਾਣ ਪੰਜਾਬੀ ਮੁਸਲਮਾਨਾਂ ਦੇ ਨਾਲ ਪਿਛਲੇ 30-40 ਸਾਲਾਂ 'ਚ ਸਿਆਸਤਦਾਨਾਂ ਨੇ ਕੀਤਾ ਹੈ ਉਹ ਪੰਜਾਬ ਦੀ ਕਿਸੇ ਹੋਰ ਬਰਾਦਰੀ ਨਾਲ ਨਹੀਂ ਹੋਇਆ।
ਤੇ ਤੁਹਾਡੇ ਧਿਆਨ ਦੇ ਵਿੱਚ ਇੱਕ ਰਾਜਪੁਰੇ ਵਾਲਾ ਮਾਮਲਾ ਵੀ ਆਇਆ ਸੀ ਮਸਜਿਦ ਦਾ, ਉਹ ਵੀ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਸੌਟ ਆਊਟ ਹੋ ਗਿਆ। ਜੀ ਬਲਵਿੰਦਰ ਬੈਂਸ ਜੀ ਉੱਥੇ ਡੀਐਸਪੀ ਨੇ, ਸਾਡੇ ਅਜ਼ੀਜ਼ ਵੀ ਨੇ, ਲੁਧਿਆਣੇ ਰਹੇ ਵੀ ਨੇ, ਤੇ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਉਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ। ਉੱਥੇ ਕੁਝ ਫਿਰਕੂ ਅਨਸਰ ਜਿਹੜੇ ਸੀ ਉਹ ਚਾਹੁੰਦੇ ਸੀ ਕਿ ਮਸਜਿਦ ਜਿਹੜੀ ਇਹ ਬੰਦ ਹੋ ਜਾਏ। ਤੇ ਮਸਜਿਦਾਂ ਕਿਉਂਕਿ ਸਿਰਫ ਨਮਾਜ਼ ਲਈ ਨਹੀਂ ਹੁੰਦੀਆਂ, ਇਹ ਆਪਸੀ ਭਾਈਚਾਰਕ ਸਾਂਝ ਔਰ ਮਜ਼ਬੂਤ ਸਮਾਜ ਬਣਾਉਣ ਲਈ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਮਸਲਾ ਬਰਨਾਲੇ ਦੇ ਪਿੰਡ ਰੈਸਲ ਦਾ ਵੀ ਆਇਆ, ਉਹਦੇ ਬਾਰੇ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਹੈ ਕਿ ਜਿਹੜੀ ਅਲਾਟਮੈਂਟ ਹੈ ਉਹ ਕੈਂਸਲ ਕਰ ਦੇਣੀ ਚਾਹੀਦੀ ਹੈ। ਜਦ ਪਿੰਡ ਦੇ ਮੁਸਲਮਾਨ ਚਾਹੁੰਦੇ ਕਿ ਇਹ ਕਬਰਸਤਾਨ ਨਾ ਅਲਾਟ ਕੀਤਾ ਜਾਏ ਤੇ ਨਹੀਂ ਦੇਣਾ ਚਾਹੀਦਾ। ਫਿਰ ਉਸਮਾਨ ਸਾਹਿਬ, ਜਦੋਂ ਅੱਜ ਸਾਰਾ ਮੁਹੰਮਦ ਸਲੀਮ ਵਾਲਾ ਮਾਮਲਾ ਹੋਇਆ, ਪਰਿਵਾਰ ਨੇ ਸੈਟੀਸਫੈਕਸ਼ਨ ਜਤਾਈ, ਉਹਨਾਂ ਨੇ ਤਸੱਲੀ ਹੋਈ ਉਹਨਾਂ ਦੀ ਪਰਿਵਾਰ ਦੀ? ਹਾਂ ਬਿਲਕੁਲ, ਸਲੀਮ ਸਾਹਿਬ ਇੱਥੇ ਨਾਲ ਮੌਜੂਦ ਸੀ। ਹਾਲਾਂਕਿ ਕੱਲ ਰਾਤ ਦੇ ਵਾਕਿਏ ਦੀ ਵਜ੍ਹਾ ਨਾਲ ਉਹ ਥੋੜੇ ਗਮਜ਼ਦਾ ਸੀ। ਉਹਨਾਂ ਨੂੰ ਪਹਿਲਾਂ ਮੈਂ ਉਹਨਾਂ ਨੂੰ ਹੀ ਪੁੱਛਿਆ ਕਿ ਅਗਰ ਤੂੰ ਚਾਹਨਾ ਤੇ ਸਲਾਹ ਹੋਊਗੀ, ਕਿਉਂਕਿ ਪੀੜਤ ਨੂੰ ਹੀ ਪੁੱਛਣਾ ਚਾਹੀਦਾ। ਇਹ ਨਹੀਂ ਕਿ ਸਾਨੂੰ ਕੋਈ ਅਪਰੋਚ ਆ ਜਾਵੇ, ਨਹੀਂ, ਪੀੜਤ ਨੂੰ ਹੀ ਪਹਿਲਾਂ ਪੁੱਛਣਾ ਚਾਹੀਦਾ। ਔਰ ਉਹਨੇ ਇਸ ਗੱਲ ਤੇ ਤਸੱਲੀ ਦਾ ਇਜ਼ਹਾਰ ਕੀਤਾ ਕਿ ਵਾਕਈ ਜਿੰਨੀ ਅਪਰੋਚ ਔਰ ਤਾਕਤ ਦੇ ਨਾਲ ਇਹਨਾਂ ਨੇ ਮੰਨ ਲਿਆ ਕਿ ਮੈਂ ਗਲਤੀ ਕੀਤੀ ਹੈ ਔਰ ਮੇਰੀ ਇੱਜ਼ਤ ਜਿਹੜੀ ਉਹ ਬਹਾਲ ਹੋ ਗਈ ਹੈ, ਤੇ ਉਹਨੇ ਮੰਨਿਆ ਕਿ ਮੈਂ ਇਹਨਾਂ ਨਾਲ ਸੁਲ੍ਹਾ ਕਰਾਂਗਾ। ਸੋ ਮਾਫੀ ਮੰਗ ਕੇ ਗਏ ਨੇ ਇੱਥੇ ਆ ਕੇ ਡੀਐਸਪੀ ਮਨਜੀਤ ਸਿੰਘ? ਹਾਂ ਬਿਲਕੁਲ ਮੰਗ ਕੇ ਗਏ ਨੇ ਜੀ ਆ ਕੇ। ਜੀ। ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਨਾਲ ਜਿਹੜੇ ਕੰਮਕਾਰ ਹੈ, ਮੈਨੂੰ ਲੱਗਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਤੁਸੀਂ ਸਰ ਅੰਜਾਮ ਦਿੰਦੇ ਰਹੋਗੇ। ਤੇ ਜਾਂਦੇ ਜਾਂਦੇ ਨੌਜਵਾਨ ਵਰਗ ਜਿਹੜਾ ਕਿ ਇਸ ਵੇਲੇ ਭਟਕਿਆ ਹੋਇਆ ਹੈ, ਦੀਨ ਇਸਲਾਮ ਤੋਂ ਵੀ ਭਟਕਿਆ ਹੋਇਆ, ਆਪਣੇ ਭਵਿੱਖ ਨੂੰ ਲੈ ਕੇ ਵੀ ਚਿੰਤਿਤ, ਉਹਨਾਂ ਨੂੰ ਕੀ ਸੁਨੇਹਾ ਦੋਗੇ? ਮੈਂ ਇਹ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ 'ਚ ਜਿੱਥੇ ਜਿੱਥੇ ਵੀ ਘੱਟ ਗਿਣਤੀਆਂ ਔਰ ਜਾਂ ਮੁਸਲਮਾਨ ਜਿਹੜੇ ਕਿ ਚਾਹੁੰਦੇ ਨੇ ਕਿ ਕਦੀ ਵੀ ਲੁਧਿਆਣਾ ਜਾਮਾ ਮਸਜਿਦ ਜਿਹੜੀ ਹੈ ਉਹ ਕਿਸੇ ਵੀ ਮਸਲੇ 'ਚ ਉਹਨਾਂ ਦਾ ਸਾਥ ਦੇਵੇ, ਉਹ ਜਦ ਵੀ ਆਵਾਜ਼ ਮਾਰਨਗੇ ਸਾਨੂੰ, ਤੇ ਅਸੀਂ ਸਾਡੇ ਕੋਲ ਜਿਹੜੀ ਤਾਕਤ ਹੈ ਖੁਦਾ ਦੀ ਤਾਕਤ ਹੈ, ਸਿਆਸਤ ਦੀ ਤਾਕਤ ਨਹੀਂ ਹੈ। ਲੁਧਿਆਣਾ ਜਾਮਾ ਮਸਜਿਦ ਦਾ ਇਤਿਹਾਸ ਰਿਹਾ ਹੈ ਕਿ ਅਗਰ ਬੜੇ ਸ਼ਾਹ ਇਮਾਮ ਸਾਹਿਬ ਨੇ ਕਦੀ ਇੱਕ ਆਵਾਜ਼ ਵੀ ਮਾਰੀ, ਤੇ ਮੇਰਾ ਅੰਦਾਜ਼ਾ ਹੈ ਕਿ ਲੱਖਾਂ ਲੋਕਾਂ ਨੇ ਉਹਨਾਂ ਦੀ ਆਵਾਜ਼ ਤੇ ਹੱਕ ਬਾਤ ਦੇ ਲਈ ਐਲਾਨ ਵੀ ਕੀਤਾ। ਸਾਨੂੰ ਕਿਹਾ ਕਰਦੇ ਸੀ ਯਾਰ ਕਿ ਜਿੱਦਣ ਮੈਂ ਮਰਿਆ ਤੇ ਮੇਰਾ ਜਨਾਜ਼ਾ ਦੱਸੇਗਾ ਕਿ ਮੈਂ ਸਿੱਧੇ ਰਾਸਤੇ ਸੇ ਨਹੀਂ ਸੀ ਕਿ ਨਹੀਂ ਸੀ। ਔਰ ਤੁਸੀਂ ਵੀ ਉਦੋਂ ਇੱਥੇ ਸੀ, ਮੇਰਾ ਖਿਆਲ ਹੈ ਕਈ ਲੱਖ ਲੋਕ ਅਬੂ ਜਾਨ ਦੇ ਜਨਾਜ਼ੇ ਸੀ। ਤੇ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਸਿਆਸਤ ਦੀ ਤਾਕਤ ਦੀ ਗੱਲ ਨਹੀਂ ਕਰ ਰਹੇ। ਔਰ ਉਸਮਾਨ ਸਾਹਿਬ, ਜਨਾਜ਼ੇ ਦੇ ਵਿੱਚ ਨਹੀਂ, ਮੈਂ ਜਿੰਨੇ ਵੀ ਲੋਕਾਂ ਨਾਲ ਇੱਥੇ ਗੱਲਬਾਤ ਕੀਤੀ ਉਸ ਦਿਨ 10 ਤਾਰੀਖ ਨੂੰ, ਔਰ ਲੋਕਾਂ ਨੂੰ ਐਵੇਂ ਲੱਗਦਾ ਸੀ ਕਿ ਜਿਵੇਂ ਉਹਨਾਂ ਦਾ ਪਰਸਨਲ ਕੋਈ ਘਾਟਾ ਪੈ ਗਿਆ ਹੋਵੇ। ਮੈਂ ਕਈ ਬੜੇ ਜਨਾਜ਼ੇ ਦੇਖੇ ਪੜ੍ਹਦੇ ਹੋਏ ਸਹਾਰਨਪੁਰ 'ਚ ਵੀ। ਪਹਿਲੀ ਵਾਰ ਇਹ ਮਹਿਸੂਸ ਹੋਇਆ ਕਿ ਇਸ ਜਨਾਜ਼ੇ 'ਚ ਤਕਰੀਬਨ ਸਾਰੇ ਲੋਕ ਰੋ ਰਹੇ ਸੀ, ਔਰ ਆਪਣੇ ਬੇਸ਼ੁਮਾਰ ਹਿੰਦੂ ਸਿੱਖ ਸ਼ਹਿਰ ਵਾਸੀਆਂ ਨੂੰ ਦੇਖਿਆ ਜਿਨ੍ਹਾਂ ਨੇ ਲਾਈਨ 'ਚ ਲਾ ਕੇ ਉਹਨਾਂ ਦੇ ਆਖਰੀ ਦੀਦਾਰ ਕੀਤੇ, ਦਰਸ਼ਨ ਕੀਤੇ। ਤੇ ਮੈਂ ਸਮਝਦਾ ਹਾਂ ਕਿ ਇਹ ਜਿਹੜੀ ਸਾਡੇ ਕੋਲ ਤਾਕਤ ਹੈ ਇਹ ਖੁਦਾ ਦੀ ਦਿੱਤੀ ਹੋਈ ਹੈ, ਇਹ ਅਸੀਂ ਕੋਈ ਸਿਆਸੀ ਤਾਕਤ ਸਾਡੇ ਕੋਲ ਨਹੀਂ ਹੈ। ਔਰ ਅਗਰ ਖੁਦਾ ਦੇ ਕਿਸੇ ਵੀ ਬੰਦੇ ਤੇ ਜ਼ੁਲਮ ਹੋਏਗਾ, ਅਸੀਂ ਪੂਰੀ ਤਾਕਤ ਨਾਲ ਜ਼ੁਲਮ ਦਾ ਜਵਾਬ ਦੇਵਾਂਗੇ। ਔਰ ਅਲਹਮਦੁਲਿਲਾ ਅਸੀਂ ਇਸ ਤਾਕਤ ਦਾ ਕਦੀ ਗਲਤ ਇਸਤੇਮਾਲ ਜਿਹੜਾ ਹੈ ਉਹ ਨਹੀਂ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਇਮਾਮ ਸਾਹਿਬ, ਸਾਈ ਇਮਾਮ ਸਾਹਿਬ। ਸੋ ਇਹ ਸਨ ਮੁਹੰਮਦ ਉਸਮਾਨ ਲੁਧਿਆਣਵੀ, ਜਿਹੜੇ ਕਿ ਸ਼ਾਹੀ ਇਮਾਮ ਨੇ ਪੰਜਾਬ ਦੇ, ਔਰ ਉਹਨਾਂ ਨੇ ਬੜਾ ਖੂਬਸੂਰਤ ਜਿਹੜਾ ਸੁਨੇਹਾ ਹੈ ਉਹ ਦਿੱਤਾ। ਔਰ ਨਾਲੋਂ ਨਾਲ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਜਿੱਥੇ ਵੀ ਘੱਟ ਗਿਣਤੀ ਖਾਸ ਕਰਕੇ ਮੁਸਲਮਾਨ ਵਰਗ ਨੂੰ ਉਹਨਾਂ ਦੀ ਜ਼ਰੂਰਤ ਪਏਗੀ, ਅੱਧੀ ਰਾਤ ਉਹਨਾਂ ਨੂੰ ਆਵਾਜ਼ ਮਾਰੀ ਜਾਏਗੀ ਤੇ ਉਹ ਅੱਧੀ ਰਾਤ ਵੀ ਸੇਵਾ ਦੇ ਲਈ, ਖਿਦਮਤ ਦੇ ਲਈ ਹਾਜ਼ਰ ਰਹਿਣਗੇ। ਨਾਲੋਂ ਨਾਲ ਉਹਨਾਂ ਨੇ ਮੁਸਲਮਾਨ ਨੌਜਵਾਨਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਆਪਣੇ ਹੱਕ ਦੇ ਲਈ ਔਰ ਆਪਣੇ ਜਜ਼ਬਾਤਾਂ ਦੇ ਉੱਤੇ ਕਾਬੂ ਰੱਖਦੇ ਆ ਉਸ ਦੇ ਲਈ ਲੜਨਾ ਚਾਹੀਦਾ। ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਕਿਤੇ ਵੀ ਸ਼ਾਹੀ ਜਮਾ ਮਸਜਿਦ ਲੁਧਿਆਣਾ ਦੀ ਜ਼ਰੂਰਤ ਪਏਗੀ, ਉਹਨਾਂ ਦੇ ਨਾਲ ਖੜੇਗੀ। ਫਿਲਹਾਲ ਇਹ ਗੱਲਬਾਤ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ ਵੀ ਸਾਨੂੰ ਜ਼ਰੂਰ ਦਿਓ, ਪਰ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦੁਆ ਕਿਹਾ। ਧੰਨਵਾਦ।